निज सुख माहि समाया, माई मैं तन पायो हर नाम। माई मैं तन पायो हर नाम। वाहिगुरु जी का खालसा, वाहिगुरु जी की फतेह। माई मैं धन पायो हर नाम। ਅਸੀਂ ਸਰਵਨ ਕਰ ਰਹੇ ਸੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਉਚਾਰਿਆ ਹੋਇਆ ਸ਼ਬਦ ਬਸੰਤ ਰਾਗ ਦੇ ਵਿੱਚ, ਜਸਨੂਰ ਕੌਰ ਹੋਣਾ ਜੀ ਦੀ ਆਵਾਜ਼ ਦੇ ਵਿੱਚ। ਇਹ ਸ਼ਬਦ ਜਿਸ ਐਲਬਮ ਦੀ ਰਿਲੀਜ਼ ਦੇ ਲਈ ਅਸੀਂ ਸਾਰੇ ਅੱਜ ਇਕੱਠੇ ਹੋਏ ਹਾਂ, ਉਸ ਵਿੱਚੋਂ ਇੱਕ ਹੈ ਅਤੇ ਮੇਰਾ ਆਪਣਾ ਬਹੁਤ ਹੀ ਪਸੰਦੀਦਾ ਕੰਪੋਜੀਸ਼ਨ ਵੀ ਹੈ ਅਤੇ ਜਸਨੂਰ ਕੌਰ ਹੋਣਾ ਨੇ ਆਪਣੀ ਬਹੁਤ ਹੀ ਮਿੱਠੀ ਆਵਾਜ਼ ਦੇ ਵਿੱਚ ਇਸ ਨੂੰ ਗਾਇਆ ਹੈ। ਮੇਰਾ ਨਾਮ ਪ੍ਰਭਮੀਤ ਸਿੰਘ ਹੈ। ਮੈਂ ਨਾਦ ਮਿਊਜ਼ਿਕ ਇੰਸਟੀਚਿਊਟ ਦੀ ਐਡਮਿਨ ਟੀਮ ਦਾ ਹਿੱਸਾ ਹਾਂ। ਮੈਂ ਅੱਜ ਡਾਕਟਰ ਮਨਜੀਤ ਸਿੰਘ ਜੀ ਅਤੇ ਹਰਪ੍ਰੀਤ ਸਿੰਘ ਜੀ ਹੋਣਾ ਦੇ ਨਾਲ ਤੁਹਾਡਾ ਅੱਜ ਦਾ ਹੋਸਟ ਹੋਵਾਂਗਾ। ਮੈਂ ਆਪ ਸਭ ਦਾ ਆਪਣੇ ਵੱਲੋਂ ਅਤੇ ਨਾਦ ਮਿਊਜ਼ਿਕ ਇੰਸਟੀਚਿਊਟ ਦੇ ਵੱਲੋਂ ਇਸ ਵੈਬਿਨਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਤੇ ਆਪ ਸਭ ਨੂੰ ਜੀ ਆਇਆਂ ਆਖਦਾ ਹਾਂ। ਸਭ ਤੋਂ ਪਹਿਲਾਂ ਆਪ ਸਾਰਿਆਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਗੁਰੂ ਮਹਾਰਾਜ ਅੱਗੇ ਸਾਡੀ ਅਰਦਾਸ ਹੈ ਕਿ ਉਹ ਸਰਬੱਤ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਅਤੇ ਸਭ ਨੂੰ ਗੁਰਸਿੱਖੀ ਜੀਵਨ ਅਤੇ ਨਾਮਦਾਨ ਬਖਸ਼ਣ ਅਤੇ ਗੁਰੂ ਸਾਹਿਬ ਦਾ ਜੋ ਸਰਬੱਤ ਦੇ ਭਲੇ ਦਾ ਸੰਦੇਸ਼ ਹੈ, ਅਸੀਂ ਆਪਣੇ ਜੀਵਨ ਵਿੱਚ ਲਿਆਈਏ। ਅੱਜ ਦਾ ਜੋ ਇਹ ਵੈਬਿਨਾਰ ਹੈ, ਅਸੀਂ ਸਾਰੇ ਵਰਚੁਅਲੀ ਜ਼ੂਮ ਤੇ ਜੁਆਇਨ ਕਰ ਰਹੇ ਹਾਂ। ਜੇ ਕੋਈ ਵੀ ਅਟੈਂਡੀ ਨੇ ਪਹਿਲਾਂ ਜ਼ੂਮ ਵੈਬਿਨਾਰ ਅਟੈਂਡ ਨਹੀਂ ਕੀਤਾ ਹੈ, ਉਹਨਾਂ ਲਈ ਮੈਂ ਪਹਿਲਾਂ ਦੱਸ ਦੇਵਾਂ ਕਿ ਤੁਸੀਂ ਆਪਣਾ ਵੀਡੀਓ ਜਾਂ ਆਡੀਓ ਔਨ ਨਹੀਂ ਕਰ ਸਕੋਗੇ ਅਤੇ ਜੇ ਸਾਡੇ ਕਿਸੇ ਵੀ ਅਟੈਂਡੀ ਦੇ ਕੋਲ ਕੋਈ ਸਵਾਲ ਹੋਵੇ, ਉਹ ਜ਼ੂਮ ਦੇ ਰਾਹੀਂ ਸਾਨੂੰ ਆਪਣੇ ਸਵਾਲ ਭੇਜ ਸਕਦੇ ਹਨ। ਆਪ ਸਭ ਦੀ ਜ਼ੂਮ ਸਕਰੀਨ ਉੱਪਰ ਕੁਐਸਚਨ ਐਂਡ ਆਨਸਰ ਕਰਕੇ ਇੱਕ ਆਪਸ਼ਨ ਹੈ। ਤੁਹਾਡਾ ਅਗਰ ਕੋਈ ਵੀ ਸਵਾਲ ਹੋਵੇ, ਤੁਸੀਂ ਸਾਨੂੰ Q&A ਦੇ ਉੱਪਰ ਕਲਿੱਕ ਕਰਕੇ ਭੇਜ ਸਕਦੇ ਹੋ। ਪਲੀਜ਼ ਮੇਕ ਸ਼ੋਰ ਕਿ ਜਦੋਂ ਤੁਸੀਂ ਆਪਣਾ ਸਵਾਲ ਭੇਜੋ, ਤੁਸੀਂ ਆਪਣੇ ਸਵਾਲ ਦੇ ਨਾਲ ਆਪਣੀ ਲੋਕੇਸ਼ਨ ਤੇ ਤੁਸੀਂ ਆਪਣਾ ਨਾਮ ਵੀ ਭੇਜੋ। ਵੈਬਿਨਾਰ ਦੇ ਐਂਡ ਵਿੱਚ ਆਪਣੇ ਕੋਲ ਡੈਡੀਕੇਟਿਡ ਕੁਐਸਚਨ ਆਨਸਰ ਟਾਈਮ ਹੈ ਅਤੇ ਸਾਡੀ ਟੀਮ ਟਾਈਮ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਸਵਾਲਾਂ ਨੂੰ ਕਵਰ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਅੱਜ ਸਾਨੂੰ ਇਸ ਗੱਲ ਦਾ ਬਹੁਤ ਮਾਣ ਵੀ ਹੈ ਤੇ ਖੁਸ਼ੀ ਵੀ ਕਿ ਸਾਡੇ ਅੱਜ ਦੇ ਵੈਬਿਨਾਰ ਦੀਆਂ ਰਜਿਸਟ੍ਰੇਸ਼ਨ ਸਾਨੂੰ ਸਿਰਫ US ਜਾਂ ਇੰਡੀਆ ਤੋਂ ਨਹੀਂ, ਬਲਕਿ UK, ਯੂਰਪ, ਕੈਨੇਡਾ, ਆਸਟ੍ਰੇਲੀਆ, ਸਿੰਗਾਪੁਰ, ਮਲੇਸ਼ੀਆ, ਕੇਨੀਆ ਅਤੇ ਹੋਰ ਮੁਲਕਾਂ ਤੋਂ ਵੀ ਆਈਆਂ ਨੇ ਅਤੇ ਕਈ ਜਗ੍ਹਾ ਆਪ ਆਪਣੀ ਰਾਤ ਦੇ ਵਿੱਚੋਂ ਸਾਡੇ ਲਈ ਸਮਾਂ ਕੱਢ ਕੇ ਸਾਡੇ ਨਾਲ ਜੁੜੇ ਹੋ। ਸਭ ਤੋਂ ਪਹਿਲਾਂ ਮੈਂ ਸਾਡੀ ਆਰਗੇਨਾਈਜੇਸ਼ਨ ਨਾਦ ਮਿਊਜ਼ਿਕ ਇੰਸਟੀਚਿਊਟ ਦੇ ਬਾਰੇ ਤੁਹਾਡੇ ਨਾਲ ਥੋੜੀ ਜਿਹੀ ਜਾਣਕਾਰੀ ਸਾਂਝੀ ਕਰਨੀ ਚਾਹਾਂਗਾ। ਨਾਦ ਮਿਊਜ਼ਿਕ ਇੰਸਟੀਚਿਊਟ ਸਿਆਟਲ USA ਦੇ ਵਿੱਚ ਬੇਸਡ ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਹੈ ਜੋ ਕਿ ਸਿੱਖ ਕੀਰਤਨ ਦੇ ਪ੍ਰਚਾਰ ਅਤੇ ਪ੍ਰਸਾਰ ਉੱਪਰ ਕੰਮ ਕਰਦੀ ਹੈ। ਸਾਡਾ ਮਕਸਦ ਗੁਰੂ ਸਾਹਿਬ ਦੀ ਦਿੱਤੀ ਵਡਮੁੱਲੀ ਦਾਤ ਕੀਰਤਨ ਨੂੰ ਉਸ ਦੀ ਓਰੀਜਨਲ ਫਾਰਮ ਦੇ ਵਿੱਚ ਪ੍ਰੀਜ਼ਰਵ ਕਰਦੇ ਹੋਏ ਘਰ ਘਰ ਦੇ ਵਿੱਚ ਪਹੁੰਚਾਉਣ ਦਾ ਹੈ। ਕੀਰਤਨ ਐਲਬਮ ਪ੍ਰੋਜੈਕਟਸ ਤੋਂ ਇਲਾਵਾ ਅਸੀਂ ਕੀਰਤਨ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ ਵੀ ਦਿੰਦੇ ਹਾਂ, ਜਿਵੇਂ ਕਿ ਦਿਲਰਬਾ, ਤਾਊਸ, ਸਰੰਗੀ ਅਤੇ ਸਰੰਦਾ ਅਤੇ ਪਰਕਸ਼ਨ ਇੰਸਟਰੂਮੈਂਟ ਦੇ ਵਿੱਚ ਤਬਲਾ, ਜੋੜੀ ਅਤੇ ਪਖਾਵਜ ਦੀ ਵੀ ਸਿਖਲਾਈ ਦਿੰਦੇ ਹਾਂ। ਨਾਲ ਹੀ ਅਸੀਂ ਹਰ ਸਾਲ ਕੀਰਤਨ ਕੈਂਪਸ ਵੀ ਆਰਗੇਨਾਈਜ਼ ਕਰਦੇ ਹਾਂ, ਜਿਸ ਵਿੱਚ ਭਾਗ ਲੈਣ ਵਾਲੇ ਅਟੈਂਡੀਜ਼ ਨਿਰਧਾਰਿਤ ਰਾਗਾਂ ਦੇ ਵਿੱਚ ਤੰਤੀ ਸਾਜ਼ਾਂ ਦੇ ਨਾਲ ਕੀਰਤਨ ਦੀ ਸਿਖਲਾਈ ਲੈਂਦੇ ਹਨ। ਨਾਦ ਮਿਊਜ਼ਿਕ ਇੰਸਟੀਚਿਊਟ ਦੀ ਐਡਵਾਈਜ਼ਰੀ ਟੀਮ ਦੇ ਵਿੱਚ ਉਸਤਾਦ ਸੁਰਜੀਤ ਸਿੰਘ ਜੀ UK, ਪ੍ਰੋਫੈਸਰ ਹਰਭਜਨ ਸਿੰਘ ਜੀ ਧਾਰੀਵਾਲ ਪੰਜਾਬ ਤੋਂ ਅਤੇ ਹਰਦੀਪ ਕੌਰ ਜੀ ਚੰਡੀਗੜ੍ਹ ਤੋਂ ਸਾਨੂੰ ਗੁਰਮਤਿ ਸੰਗੀਤ ਦੇ ਟੈਕਨੀਕਲ ਨੌਲੇਜ, ਸਿੰਗਿੰਗ ਅਤੇ ਪਰਕਸ਼ਨ ਐਂਗਲ ਤੋਂ ਸਪੋਰਟ ਕਰਦੇ ਹਨ। ਅਤੇ ਸਾਡੀ ਐਡਮਿਨ ਟੀਮ ਦੇ ਵਿੱਚ ਡਾਕਟਰ ਮਨਜੀਤ ਸਿੰਘ ਜੀ, ਅਮਨਿੰਦਰ ਸਿੰਘ ਜੀ, ਹਰਪ੍ਰੀਤ ਸਿੰਘ ਜੀ ਅਤੇ ਮੈਂ ਆਰਗੇਨਾਈਜੇਸ਼ਨ ਦੇ ਵਿੱਚ ਅਲੱਗ-ਅਲੱਗ ਕੈਪੈਸਿਟੀਜ਼ ਦੇ ਵਿੱਚ ਕੰਮ ਕਰਦੇ ਹਾਂ। ਮੈਂ ਆਪ ਸਭ ਦਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਅੱਜ ਦੇ ਵੈਬਿਨਾਰ ਦਾ ਏਜੰਡਾ ਸਾਂਝਾ ਕਰ ਲਵਾਂ। ਸਭ ਤੋਂ ਪਹਿਲਾਂ ਡਾਕਟਰ ਮਨਜੀਤ ਸਿੰਘ ਜੀ ਇਸ ਪ੍ਰੋਜੈਕਟ ਦੇ ਪਿੱਛੇ ਜੋ ਮੋਟੀਵੇਸ਼ਨ ਹੈ ਅਤੇ ਇਸ ਪ੍ਰੋਜੈਕਟ ਦੇ ਪਿੱਛੇ ਦੇ ਪੂਰੇ ਸਫ਼ਰ ਦੀ ਆਪ ਸਭ ਦੇ ਨਾਲ ਸਾਂਝ ਪਾਉਣਗੇ।
ਫਿਰ ਉਸਤਾਦ ਸੁਰਜੀਤ ਸਿੰਘ ਜੀ ਜੋ ਇਸ ਵੇਲੇ ਯੂਕੇ ਵਿੱਚ ਹਨ ਅਤੇ ਪ੍ਰੋਫੈਸਰ ਹਰਭਜਨ ਸਿੰਘ ਜੀ ਜੋ ਪੰਜਾਬ ਵਿੱਚ ਹਨ ਪਾਸੋਂ ਸਾਨੂੰ ਜੋ ਸੁਨੇਹਾ ਆਇਆ ਹੈ ਉਹ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਅਤੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 17 ਸ਼ਬਦਾਂ ਦੇ ਵਿੱਚੋਂ 2 ਸ਼ਬਦਾਂ ਦੀ ਆਪ ਜੀ ਦੇ ਨਾਲ ਝਲਕ ਸਾਂਝੀ ਕਰਾਂਗੇ। ਸ਼ਬਦਾਂ ਦੀ ਰਿਕਾਰਡਿੰਗ ਸੁਣਨ ਵੇਲੇ ਅਸੀਂ ਹੈਡਫੋਨ ਯੂਜ਼ ਰეკਮੈਂਡ ਕਰਦੇ ਹਾਂ ਤਾਂ ਕਿ ਤੁਹਾਨੂੰ ਆਡੀਓ ਕਲੀਅਰ ਆਵੇ ਅਤੇ ਤੁਸੀਂ ਸ਼ਬਦਾਂ ਦਾ ਪੂਰਨ ਤੌਰ ਤੇ ਰਸ ਮਾਣ ਸਕੋ। ਉਸ ਉਪਰੰਤ ਜਿਹੜੇ ਸਵਾਲ ਆਪ ਜੀ ਨੇ ਸਾਨੂੰ ਆਲਰੇਡੀ ਈਮੇਲ ਵਿੱਚ ਭੇਜੇ ਹਨ ਜਾਂ ਫੇਸਬੁੱਕ ਉੱਤੇ ਭੇਜੇ ਹਨ ਜਾਂ ਤੁਸੀਂ ਇਸ ਸੈਸ਼ਨ ਦੇ ਵਿੱਚ ਭੇਜੋਗੇ ਉਹ ਸਾਡੀ ਨਾਦ ਮਿਊਜ਼ਿਕ ਇੰਸਟੀਚਿਊਟ ਦੀ ਟੀਮ ਉਹਨਾਂ ਸਵਾਲਾਂ ਦਾ ਜਵਾਬ ਆਪ ਜੀ ਦੇ ਨਾਲ ਸਾਂਝਾ ਕਰੇਗੀ। ਅਤੇ ਅੰਤ ਵਿੱਚ ਹਰਪ੍ਰੀਤ ਸਿੰਘ ਵੀਰ ਜੀ ਕਲੋਜ਼ਿੰਗ ਰਿਮਾਰਕਸ ਦੇ ਨਾਲ ਸ਼ਬਦ ਐਲਬਮ ਦੀ ਰਿਲੀਜ਼ ਦੀ ਇਨਫੋਰਮੇਸ਼ਨ ਸਾਂਝੀ ਕਰਨਗੇ। ਹੁਣ ਮੈਂ ਇਸ ਸੈਸ਼ਨ ਡਾਕਟਰ ਮਨਜੀਤ ਸਿੰਘ ਜੀ ਨੂੰ ਹੈਂਡਓਵਰ ਕਰਦਾ ਹਾਂ। ਇੱਕ ਵਾਰੀ ਫੇਰ ਆਪ ਸਭ ਦਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। थैंक यू प्रमीत वीर। वाहिगुरू जी का खालसा, वाहिगुरू जी की फतेह। मेरा नाम मनजीत सिंह है ਤੇ मैं आप ਸਾਰਿਆਂ ਨੂੰ ਨਾਦ ਮਿਊਜ਼ਿਕ ਇੰਸਟੀਚਿਊਟ ਵੱਲੋਂ ਜੀ ਆਇਆਂ ਆਖਦਾ ਹਾਂ ਅਤੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ। ਹੁਣ ਮੈਂ ਆਪ ਜੀ ਨਾਲ ਜਿਹੜਾ ਇਹ ਪ੍ਰੋਜੈਕਟ ਹੈ ਇਹਦਾ ਜਿਹੜਾ ਸਫ਼ਰ ਰਿਹਾ ਸਾਡਾ ਪਿਛਲੇ ਤਕਰੀਬਨ 1 ਸਾਲ ਦਾ ਉਹਦੇ ਬਾਰੇ ਜਾਣਕਾਰੀ ਸ਼ੇਅਰ ਕਰਾਂਗਾ। ਇਸ ਪ੍ਰੋਜੈਕਟ ਨੂੰ ਸ਼ੁਰੂ ਕੀਤਿਆਂ ਤਕਰੀਬਨ ਪਿਛਲੇ ਸਾਲ 1 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ। ਮੈਂ ਦੱਸਾਂਗਾ ਕਿ ਅਸੀਂ ਇਹ ਪ੍ਰੋਜੈਕਟ ਕਿਉਂ ਸ਼ੁਰੂ ਕੀਤਾ ਅਤੇ ਕਿਹੜੇ-ਕਿਹੜੇ ਪੜਾਵਾਂ 'ਚ ਹੁੰਦਾ ਹੋਇਆ ਇਹ ਪ੍ਰੋਜੈਕਟ ਕੰਪਲੀਟ ਹੋਇਆ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਸਾਂਝ ਪਾਉਂਦੇ ਹਾਂ ਤੇ ਸਾਨੂੰ ਪਤਾ ਲੱਗਦਾ ਹੈ ਕਿ ਬਾਣੀ ਸਾਨੂੰ ਇੱਕ ਖੋਜੀ ਬਣਨ ਲਈ ਪ੍ਰੇਰਿਤ ਕਰਦੀ ਹੈ। ਭਗਤ ਕਬੀਰ ਜੀ ਦਾ ਫਰਮਾਨ ਹੈ, ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੀ ਖੋਜ ਕੀਤਿਆਂ ਅਸੀਂ ਇਹ ਦੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਇੱਕ ਸੂਰਬੀਰ ਯੋਧੇ ਹੋਣ ਦੇ ਨਾਲ-ਨਾਲ ਸਿਖਰ ਦੇ ਸੰਗੀਤਾਚਾਰਿਆ ਵੀ ਸਨ। ਪਖਾਵਜ ਗੁਰੂ ਸਾਹਿਬ ਦਾ ਬਹੁਤ ਪਿਆਰਾ ਸਾਜ਼ ਸੀ। ਗੁਰੂ ਤੇਗ ਬਹਾਦਰ ਸਾਹਿਬ ਆਪ ਪਖਾਵਜ ਵਜਾਉਂਦੇ ਸਨ। ਮਹਾਨ ਕੋਸ਼ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਉਦਾਸੀਆਂ ਦੇ ਦੌਰਾਨ ਯੂਪੀ ਦੇ ਇੱਕ ਸ਼ਹਿਰ ਜੌਨਪੁਰ ਗਏ ਤਾਂ ਉੱਥੇ ਉਹਨਾਂ ਨੇ ਆਪਣੇ ਇੱਕ ਸਿੱਖ ਭਾਈ ਗੁਰਬਖਸ਼ ਜੀ ਨੂੰ ਕੀਰਤਨ ਕਰਨ ਲਈ ਆਪਣਾ ਮਰਦੰਗ ਬਖਸ਼ਿਆ। ਉਸ ਸਥਾਨ ਤੇ ਗੁਰਦੁਆਰੇ ਦਾ ਨਾਮ ਵੀ ਸੰਗਤ ਮਰਦੰਗ ਵਾਲੀ ਹੈ। ਮਰਦੰਗ ਅਤੇ ਪਖਾਵਜ ਇਹ ਇੱਕ ਹੀ ਸਾਜ਼ ਦੇ 2 ਨਾਂ ਹਨ। ਮਰਦੰਗ ਮਿੱਟੀ ਦਾ ਬਣਿਆ ਹੋਇਆ ਹੁੰਦਾ ਸੀਗਾ। ਅੱਜ ਕੱਲ੍ਹ ਵੀ ਸਾਊਥ ਇੰਡੀਆ ਦੇ ਵਿੱਚ ਭਾਵੇਂ ਮਿੱਟੀ ਦਾ ਨਹੀਂ ਬਣਦਾ ਬਟ ਉੱਥੇ ਇਹਨੂੰ ਮਰਦੰਗ ਹੀ ਕਿਹਾ ਜਾਂਦਾ ਹੈ। ਪਰ ਉੱਤਰੀ ਭਾਰਤ ਦੇ ਵਿੱਚ ਫਿਰ ਲੱਕੜ ਦਾ ਬਣਨ ਲੱਗ ਪਿਆ ਤੇ ਇਹਨੂੰ ਪਖਾਵਜ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਅੱਜ ਕੱਲ੍ਹ ਕੀਰਤਨ ਦੇ ਵਿੱਚ ਮਰਦੰਗ ਜਾਂ ਪਖਾਵਜ ਬਹੁਤ ਹੀ ਘੱਟ ਦੇਖਣ ਜਾਂ ਸੁਣਨ ਨੂੰ ਮਿਲਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦੇ ਹੋਏ ਅਸੀਂ ਸੋਚਿਆ ਕਿ ਕਿਉਂ ਨਾ ਅਸੀਂ ਗੁਰੂ ਸਾਹਿਬ ਦੇ ਪਿਆਰੇ ਸਾਜ਼ ਪਖਾਵਜ ਦੇ ਨਾਲ ਉਹਨਾਂ ਦੀ ਬਾਣੀ ਦਾ ਕੀਰਤਨ ਕਰਕੇ ਸਾਰੀਆਂ ਸੰਗਤਾਂ ਨਾਲ ਸਾਂਝਾ ਕਰੀਏ। ਸੋ ਇਸ ਟੀਚੇ ਨੂੰ ਮਿੱਥ ਕੇ ਅਸੀਂ ਇਹ ਪ੍ਰੋਜੈਕਟ ਸ਼ੁਰੂ ਕੀਤਾ। ਇਹ ਕੋਈ ਸੌਖਾ ਕੰਮ ਨਹੀਂ ਸੀ, ਬੜਾ ਹੀ ਜ਼ਿੰਮੇਵਾਰੀ ਵਾਲਾ ਅਤੇ ਔਖਾ ਸੀ। ਇਸ ਪੂਰੇ ਪ੍ਰੋਜੈਕਟ ਦੇ ਵਿੱਚ ਅਸੀਂ 3 ਮੇਨ ਜਿਹੜੀਆਂ ਸਟੇਜਿਸ ਸੀਗੀਆਂ ਉਹਨਾਂ ਚੋਂ ਲੰਘੇ। ਪਹਿਲੀ ਸਟੇਜ ਦੇ ਵਿੱਚ ਅਸੀਂ ਸ਼ਬਦਾਂ ਦੀ ਚੋਣ ਕੀਤੀ ਅਤੇ ਉਹਨਾਂ ਦੇ ਨਿਰਧਾਰਿਤ ਰਾਗਾਂ ਦੇ ਵਿੱਚ ਬੰਦਿਸ਼ਾਂ ਬਣਾਈਆਂ। ਦੂਜੀ ਸਟੇਜ ਦੇ ਵਿੱਚ ਅਸੀਂ ਇਹਨਾਂ ਬੰਦਿਸ਼ਾਂ ਦਾ ਕੀਰਤਨ ਕਰਨ ਲਈ ਕੀਰਤਨੀਆਂ ਦੀ ਚੋਣ ਕੀਤੀ ਅਤੇ ਕਈ ਮਹੀਨੇ ਫਿਰ ਨਵੀਆਂ ਬਣਾਈਆਂ ਹੋਈਆਂ ਬੰਦਿਸ਼ਾਂ ਦੀ ਪ੍ਰੈਕਟਿਸ ਕੀਤੀ।
ਤੇ ਲਾਸਟ ਤੀਸਰੀ ਸਟੇਜ ਦੇ ਵਿੱਚ ਅਸੀਂ ਇਹਨਾਂ ਸ਼ਬਦਾਂ ਦੀ ਪ੍ਰੋਫੈਸ਼ਨਲ ਰਿਕਾਰਡਿੰਗ ਕੀਤੀ। ਹੁਣ ਮੈਂ ਸਾਰੀਆਂ ਸਟੇਜਾਂ ਦਾ ਥੋੜਾ ਵੇਰਵਾ ਆਪ ਜੀ ਨਾਲ ਸਾਂਝਾ ਕਰਾਂਗਾ। ਸੋ ਸਭ ਤੋਂ ਪਹਿਲੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਜਦੋਂ ਖੋਜ ਕੀਤਾ ਤੇ ਸਾਨੂੰ ਪਤਾ ਲੱਗਿਆ ਕਿ ਗੁਰੂ ਸਾਹਿਬ ਨੇ 17 ਰਾਗਾਂ ਵਿੱਚ ਬਾਣੀ ਉਚਾਰੀ ਹੈ। ਅਸੀਂ ਹਰ ਰਾਗ ਵਿੱਚੋਂ ਇੱਕ ਸ਼ਬਦ ਚੁਣਿਆ ਅਤੇ ਗੁਰਬਾਣੀ ਕੀਰਤਨ ਦੇ ਮਾਹਰਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਹਨਾਂ ਮਾਹਰਾਂ ਵਿੱਚ ਪ੍ਰੋਫੈਸਰ ਭਜਨ ਸਿੰਘ ਜੀ, ਉਸਤਾਦ ਸੁਰਜੀਤ ਸਿੰਘ ਜੀ ਅਤੇ ਬੀਬੀ ਹਰਦੀਪ ਕੌਰ ਜੀ ਸ਼ਾਮਲ ਸਨ। ਇਹਨਾਂ ਦੇ ਨਿਗਰਾਨੀ ਦੇ ਹੇਠ ਅਸੀਂ ਗੁਰਬਾਣੀ ਦੇ ਨਿਰਧਾਰਿਤ ਰਾਗਾਂ ਵਿੱਚ ਸ਼ਬਦਾਂ ਦੀਆਂ ਬੰਦਿਸ਼ਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ਬਦਾਂ ਦੀਆਂ ਬੰਦਿਸ਼ਾਂ ਬਣਾਉਣ ਤੋਂ ਪਹਿਲਾਂ ਵੀ ਅਸੀਂ ਉਹਨਾਂ ਨੂੰ ਬਣਾਉਣ ਦੇ ਲਈ ਕੁਝ ਸਿਧਾਂਤ ਬਣਾਏ, ਜਿਨ੍ਹਾਂ ਵਿੱਚ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਆ ਗਿਆ, ਜਿਸ ਤਰ੍ਹਾਂ ਕਿ ਹਰ ਸ਼ਬਦ ਨੂੰ ਨਿਰਧਾਰਿਤ ਰਾਗ ਦੇ ਵਿੱਚ ਹੀ ਗਾਇਆ ਜਾਏ, ਰਹਾਉ ਵਾਲੀ ਤੁਕ ਨੂੰ ਹੀ ਸ਼ਬਦ ਦੀ ਸਥਾਈ ਵਾਲੀ ਤੁਕ ਬਣਾਈ ਜਾਏ, ਸ਼ਬਦ ਦੇ ਅਰਥ ਭਾਵ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ਬਦ ਦੀ ਬੰਦਿਸ਼ ਨੂੰ ਸਰਲ ਅਤੇ ਸਧਾਰਨ ਰੱਖਿਆ ਜਾਏ। ਫਿਰ ਸ਼ਬਦ ਅਤੇ ਤਾਲ ਦੇ ਰਸ ਦਾ ਵੀ ਖਾਸ ਧਿਆਨ ਰੱਖਿਆ ਜਾਏ ਤਾਂ ਕਿ ਉਹ ਇੱਕ ਦੂਸਰੇ ਦੇ ਨਾਲ ਮੇਲ ਖਾਣ। ਤੇ ਲਾਸਟ ਇੰਪੋਰਟੈਂਟ ਪੁਆਇੰਟ, ਅਸੀਂ ਸ਼ਬਦਾਂ ਦੀਆਂ ਬੰਦਿਸ਼ਾਂ ਨੂੰ ਪਖਾਵਜ ਦੀਆਂ ਸ਼ਾਸਤਰੀ ਅਤੇ ਲੋਕ ਅੰਗ ਦੀਆਂ ਤਾਲਾਂ ਵਿੱਚ ਲੈਬਤ ਕੀਤਾ ਜਾਏ। ਹੁਣ ਇੱਕ ਕਰਕੇ ਅਸੀਂ ਬੰਦਿਸ਼ ਬਣਾਉਣੀ ਸ਼ੁਰੂ ਕਰ ਦਿੱਤੀ। ਹਰ ਸ਼ਬਦ ਦੀ ਬੰਦਿਸ਼ ਤੋਂ ਬਾਅਦ ਉਸ ਨੂੰ ਨਾਦ ਮਿਊਜ਼ਿਕ ਇੰਸਟੀਚਿਊਟ ਦੀ ਟੀਮ ਵੱਲੋਂ ਬੜੇ ਹੀ ਧਿਆਨ ਨਾਲ ਰਿਵਿਊ ਕੀਤਾ ਜਾਂਦਾ ਸੀ। ਇੱਥੇ ਤੱਕ ਕਿ ਕਈ ਸ਼ਬਦਾਂ ਦੀਆਂ ਬੰਦਿਸ਼ਾਂ ਸਾਨੂੰ ਸ਼ੁਰੂ ਤੋਂ 3 ਵਾਰ ਵੀ ਬਣਾਉਣੀਆਂ ਪਈਆਂ। ਇੱਕ ਕਰਕੇ ਇਸ ਤਰ੍ਹਾਂ ਅਸੀਂ 17 ਸ਼ਬਦਾਂ ਦੀਆਂ 17 ਨਿਰਧਾਰਿਤ ਰਾਗਾਂ ਦੇ ਵਿੱਚ ਅਤੇ ਪਖਾਵਜ ਦੀਆਂ 6 ਵੱਖਰੀਆਂ ਤਾਲਾਂ ਦੇ ਵਿੱਚ ਬੰਦਿਸ਼ਾਂ ਕੰਪਲੀਟ ਕਰ ਲਈਆਂ। ਹੁਣ ਬੰਦਿਸ਼ਾਂ ਬਣਨ ਤੋਂ ਬਾਅਦ ਦੂਸਰਾ ਪੜਾਅ ਆਂਦਾ ਸੀਗਾ ਕਿ ਇਹਨਾਂ ਬੰਦਿਸ਼ਾਂ ਦਾ ਕੀਰਤਨ ਕਰਨ ਲਈ ਕੀਰਤਨੀਆਂ ਦੀ ਚੋਣ ਕਰਨੀ। ਗੁਰੂ ਸਾਹਿਬ ਦੀ ਕਿਰਪਾ ਸਦਕਾ ਅਸੀਂ 3 ਸਿੰਘਣੀਆਂ ਅਤੇ 3 ਸਿੰਘਾਂ ਦੀ ਚੋਣ ਕੀਤੀ। ਸਿੰਘਣੀਆਂ ਦੇ ਵਿੱਚ ਜਸਨੂਰ ਕੌਰ, ਗੁਰਦੇਵ ਕੌਰ ਅਤੇ ਅਵਤਾਰ ਕੌਰ ਜੀ ਨੇ ਸ਼ਬਦਾਂ ਦਾ ਕੀਰਤਨ ਕੀਤਾ ਅਤੇ ਸਿੰਘਾਂ ਦੇ ਵਿੱਚ ਪ੍ਰੋਫੈਸਰ ਭਜਨ ਸਿੰਘ ਜੀ, ਮਨਜੀਤ ਸਿੰਘ ਅਤੇ ਪਰਮੀਤ ਸਿੰਘ ਜੀ ਨੇ ਸ਼ਬਦਾਂ ਦਾ ਕੀਰਤਨ ਕੀਤਾ। ਹੁਣ ਕੁੱਲ 17 ਸ਼ਬਦਾਂ ਦੇ ਵਿੱਚੋਂ ਸਾਨੂੰ ਬੜਾ ਮਾਣ ਹੈ ਕਿ 9 ਸ਼ਬਦਾਂ more than 50% ਸ਼ਬਦ ਉਹਨਾਂ ਦਾ ਕੀਰਤਨ ਸਿੰਘਣੀਆਂ ਵੱਲੋਂ ਕੀਤਾ ਗਿਆ ਹੈ ਅਤੇ 8 ਸ਼ਬਦਾਂ ਦਾ ਕੀਰਤਨ ਸਿੰਘਾਂ ਵੱਲੋਂ ਕੀਤਾ ਗਿਆ ਹੈ। ਇਸ ਤੋਂ ਵੀ ਜ਼ਿਆਦਾ ਮਾਣ ਦੀ ਗੱਲ ਹੈ ਕਿ ਇਹਨਾਂ ਕੀਰਤਨੀਆਂ ਵਿੱਚੋਂ ਗੁਰਦੇਵ ਕੌਰ ਅਤੇ ਜਸਨੂਰ ਕੌਰ ਸਭ ਤੋਂ ਛੋਟੀ ਉਮਰ ਦੀਆਂ ਹਨ ਅਤੇ ਸਾਡੇ ਸਾਰਿਆਂ ਲਈ ਇੱਕ ਬੜੀ ਵੱਡੀ ਪ੍ਰੇਰਣਾ ਹਨ। ਫਿਰ ਅਗਲੇ ਕਈ ਮਹੀਨੇ ਲਾ ਕੇ ਅਸੀਂ ਇਹਨਾਂ ਨਵੀਆਂ ਬੰਦਿਸ਼ਾਂ ਦਾ ਅਭਿਆਸ ਕੀਤਾ। ਇਸ ਸਫ਼ਰ ਦੌਰਾਨ ਕਈ ਤਰ੍ਹਾਂ ਦੀਆਂ ਔਕੜਾਂ ਵੀ ਆਈਆਂ। ਪੈਂਡੈਮਿਕ ਕਰਕੇ ਬਹੁਤ ਰਿਸਟ੍ਰਿਕਸ਼ਨਸ ਹੋਣ ਕਰਕੇ ਸਾਡੀ ਟੀਮ ਵੱਖ-ਵੱਖ ਥਾਵਾਂ ਤੇ ਵੰਡੀ ਹੋਈ ਸੀ। ਇੰਡੀਆ ਤੇ USA ਦੇ ਵਿੱਚ ਸਾਰੀ ਰਾਤ ਸਾਡੇ ਕਈ ਵਾਰੀ ਪ੍ਰੈਕਟਿਸ ਸੈਸ਼ਨ ਚੱਲਦੇ ਸਨ, ਪਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਪ੍ਰੈਕਟਿਸ ਪੂਰੀ ਹੋਈ ਤੇ ਫਿਰ ਸਮਾਂ ਆਇਆ ਇਹਨਾਂ ਸ਼ਬਦਾਂ ਦੀ ਰਿਕਾਰਡਿੰਗ ਕਰਨ ਦਾ। ਜਦੋਂ ਇਹਨਾਂ ਸ਼ਬਦਾਂ ਨੂੰ ਰਿਕਾਰਡ ਕਰਨ ਦਾ ਸਮਾਂ ਆਇਆ ਤਾਂ ਅਸੀਂ ਰਿਕਾਰਡਿੰਗ ਵੀ ਫਿਰ ਪੈਂਡੈਮਿਕ ਕਰਕੇ ਸਾਨੂੰ 2 ਥਾਵਾਂ ਤੇ ਕਰਨੀ ਪਈ। 11 ਸ਼ਬਦਾਂ ਦੀ ਰਿਕਾਰਡਿੰਗ ਇੰਡੀਆ ਵਿੱਚ ਕੀਤੀ ਗਈ ਅਤੇ 6 ਸ਼ਬਦਾਂ ਦੀ ਰਿਕਾਰਡਿੰਗ USA ਵਿੱਚ ਕੀਤੀ ਗਈ। ਸਾਰੇ ਹੀ ਸ਼ਬਦਾਂ ਦੇ ਨਾਲ ਅਸੀਂ ਪੁਰਾਤਨ ਕੀਰਤਨ ਸ਼ੈਲੀ ਅਨੁਸਾਰ
तंती साजां का प्रयोग किया, जिन्हां विच सारंगी, ताउस, दिलरुबा अते रबाब शामिल हैं। उस्ताद सुरजीत सिंह जी ने सारंगी, सरदार अमनदीप सिंह जी ने ताउस अते दिलरुबा अते सरदार जैता सिंह जी ने रबाब नाल साथ दे के बंदिशां नूं निखारिया। गुरु साहब जी की कृपा नाल तकरीबन 1 साल की मेहनत तो बाद असी 17 शब्दां दा 17 रागां विच कीर्तन करके उन्हां दी रिकॉर्डिंग दी संपादना की। गुरु तेग बहादुर साहब जी की बाणी नूं 17 रागां विच सारियां पखावज दीयां तालां दे नाल कीर्तन करन दा यह उपराला पहली बार किया गया है। अज गुरु तेग बहादुर साहब दे 400 साला प्रकाश दिहाड़े ते असीं आप जी नाल ये सारे शब्द साझे करन जा रहे हैं। उम्मीद करते हैं कि इन्हां शब्दों के राही आप गुरबाणी का आनंद माणोगे। इन्ने वड्डे कारज नूं करदिआं कई भुल्लां भी हो गईयां होणगीਆਂ। किरपा करके होईयां भुल्लां दी खिमा करनी अते असीस बख्शणी कि अकाल पुरख सानू पंथ की सेवा करन दा होर भी बल बख्शण। आओ हुण असीं पहले शब्द का कीर्तन सरवण करते हैं। इस शब्द का कीर्तन अवतार कौर जी पासों किया गया है। थोड़ा जा ब्रीफली मैं आप जी नूं अवतार कौर जी बारे दसना चाहांगा। ते उस तो भी पहला मैं एक रिक्वेस्ट करांगा आप सारिਆਂ ਨੂੰ, जिवें प्रभमीत वीर ने भी शुरू ਦੇ ਵਿੱਚ रिक्वेस्ट ਕੀਤੀ ਸੀ कि ਅਸੀਂ जे ਹੈੱਡਫੋਨਸ ਹੈਗੇ ਸਾਡੇ ਕੋਲ ਤੇ ਪਲੀਜ਼ यूज योर ਹੈੱਡਫੋਨਸ। स्पैशली ਜਿਹੜੇ ਇਹਦੇ ਵਿੱਚ ਪਰਕਸ਼ਨ ਇਨਸਟਰੂਮੈਂਟ ਪਖਾਵਜ ਵਰਤਿਆ ਗਿਆ ਹੈ ਉਹਦੀਆਂ ਬੀਟਸ ਨਾਰਮਲ ਕੰਪਿਊਟਰ ਦੇ ਸਪੀਕਰਸ ਤੇ ਜਾਂ ਜੇ ਆਪਾਂ ਆਪਣੇ ਫੋਨ ਤੋਂ ਜੁਆਇਨ ਕਰ ਰਹੇ ਹਾਂ ਤੇ ਉਹ ਇੰਨੀਆਂ ਅਸਰਦਾਰ ਨਹੀਂ ਹੁੰਦੀਆਂ। So I will request that this is the time to get your headphones. If you have a full ear headphones, put those on, or if you have a big speaker, you can attach that to your computer or a cell phone or your iPad. अवतार कौर जी बारे हुण थोड़ी जी इंफॉर्मेशन। अवतार कौर जी ने कीर्तन की सिखलाई बचपन में अपने पिता जी डॉक्टर अजमेर सिंह जी कोलों लई। उस तो बाद उन्होंने प्रोफैसर कृपाल सिंह जी पासों 10 साल लगा के तलवंडी घराने की सिखलाई लई। हिंदुस्तानी संगीत की उच्च विद्या लई उन्होंने विश्व प्रसिद्ध पंडित अजय चक्रवर्ती जी नूं अपना गुरु धारिया अते गुरु शिष्य परंपरा के अनुसार उन्हां तो कलकत्ता जाके 5 साल हिंदुस्तानी संगीत की उच्च विद्या लई। गुरु साहब जी की कृपा नाल अवतार कौर जी इंडिया के कई वड्डे समागमां विच गायन कर चुके हैं अते बहुत सारे अवार्ड्स भी जीत चुके हैं। आओ हुण असीं गुरु तेग बहादुर साहब जी का उचारिया होया शब्द जै बीत जह जन्म अकाजरे राग जय जयवंती विच अवतार कौर जी पासों सरवण करते हैं। समय नूं ध्यान विच रखते हुए असीं इस शब्द का रहाओ अते एक पदा ही सरवण करांगे। एक मेरी होर खास रिक्वेस्ट है कि अज असीं सारे गुरु तेग बहादुर साहब के दरबार दे विच अपनी हाजिरी लवाइए। इफ यू कैन मैं रिक्वेस्ट करांगी आप अपनी अखां बंद करके 5 मिनट का शब्द है जिहड़ा आपां प्ले करना है। असीं सारे अखां बंद करके गुरु तेग बहादुर के दरबार दे विच अपनी हाजिरी लवाइए। ते आओ हुण असीं शब्द सरवण करिए। Thank you.
महला नौवां। बीत जय है, बीत जय है, बीत जय है, बीत जय है। बीत जय है, बीत जय है, बीत जय है, बीत जय है। जन्म अकाज रे, जन्म अकाज रे, निस दिन सुन कै पुराण, निस दिन सुन कै पुराण। समझत नह रे अजान, समझत नह रे अजान। काल तौ पहुँच्यो आन, काल तौ पहुँच्यो आन। कहाँ जय है पाज रे, कहाँ जय है पाज रे। बीत जय है, बीत जय है, बीत जय है, बीत जय है। अस्थिर जो माने देह, अस्थिर जो माने देह। सोता तेरा होए है खेह, सोता तेरा होए है खेह। क्यों ना हर को नाम लेह, क्यों ना हर को नाम लेह। मूरख नीलाज रे, मूरख नीलाज रे। बीत जय है, बीत जय है, बीत जय है, बीत जय है। जन्म अकाज रे, जन्म अकाज रे। बीत जय है, बीत जय है, बीत जय है, बीत जय है। ਸੋ ਇਹ ਸੀਗਾ ਸ਼ਬਦ ਰਾਗ ਜੈਜੈਵੰਤੀ ਦੇ ਵਿੱਚ ਅਸੀਂ ਜਿਹੜਾ ਅਵਤਾਰ ਕੌਰ ਜੀ ਪਾਸੋਂ ਸਰਵਣ ਕੀਤਾ। ਤੇ ਆਓ ਹੁਣ ਅਸੀਂ ਥੋੜੀ ਜਿਹੀ ਜਾਣਕਾਰੀ ਲਈਏ ਇਸ ਪ੍ਰੋਜੈਕਟ ਦੇ ਵਿੱਚ ਉਸਤਾਦ ਸੁਰਜੀਤ ਸਿੰਘ ਜੀ ਅਤੇ ਪ੍ਰੋਫੈਸਰ ਹਰਭਜਨ ਸਿੰਘ ਜੀ ਬਾਰੇ। ਉਸਤਾਦ ਸੁਰਜੀਤ ਸਿੰਘ ਜੀ ਨੂੰ ਕਿਸੇ ਇੰਟਰੋਡਕਸ਼ਨ ਦੀ ਲੋੜ ਨਹੀਂ ਹੈ, ਪਰ ਫਿਰ ਵੀ ਮੈਂ ਬਰੀਫਲੀ
ਉਹਨਾਂ ਬਾਰੇ ਆਪ ਜੀ ਨਾਲ ਕੁਝ ਕੁ ਗੱਲਾਂ ਸਾਂਝੀਆਂ ਕਰਨੀਆਂ ਚਾਹਾਂਗਾ। ਉਸਤਾਦ ਸੁਰਜੀਤ ਸਿੰਘ ਜੀ ਇੱਕ ਸੰਸਾਰ ਪ੍ਰਸਿੱਧ ਸਰੰਗੀ ਵਾਦਕ ਅਤੇ ਗੁਰਬਾਣੀ ਕੀਰਤਨ ਦੇ ਉਸਤਾਦ ਨੇ। ਉਸਤਾਦ ਜੀ ਨੇ ਹਿੰਦੁਸਤਾਨੀ ਸੰਗੀਤ ਦੀ ਸਿੱਖਿਆ ਗੁਰੂ ਸ਼ਿਸ਼ਯ ਪਰੰਪਰਾ ਦੇ ਅਨੁਸਾਰ ਪਦਮ ਵਿਭੂਸ਼ਣ ਸਨਮਾਨਿਤ ਪੰਡਿਤ ਰਾਮ ਨਾਰਾਇਣ ਜੀ ਕੋਲੋਂ 15 ਸਾਲ ਬੰਬੇ ਰਹਿ ਕੇ ਲਿੱਤੀ ਹੈ। ਉਸਤਾਦ ਜੀ ਦੀ ਗੁਰਬਾਣੀ ਕੀਰਤਨ ਦੇ ਪ੍ਰਚਾਰ ਵਿੱਚ ਬਹੁਤ ਹੀ ਵੱਡਮੁੱਲੀ ਦੇਣ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਸਤਾਦ ਜੀ ਦੇ ਸਟੂਡੈਂਟਸ ਦੁਨੀਆ ਦੇ ਆਲਮੋਸਟ ਹਰ ਮੁਲਕ ਦੇ ਵਿੱਚ ਹਨ ਅਤੇ ਅੱਗੇ ਹੋ ਕੇ ਗੁਰਬਾਣੀ ਕੀਰਤਨ ਦਾ ਪ੍ਰਚਾਰ ਵੀ ਕਰ ਰਹੇ ਹਨ, ਸਿਖਲਾਈ ਵੀ ਦੇ ਰਹੇ ਹਨ। ਉਸਤਾਦ ਜੀ ਅਤੇ ਨਾਦ ਮਿਊਜ਼ਿਕ ਇੰਸਟੀਚਿਊਟ ਦੀ ਸ਼ੁਰੂ ਤੋਂ ਹੀ ਬਹੁਤ ਨੇੜਤਾ ਰਹੀ ਹੈ। ਇਸ ਪ੍ਰੋਜੈਕਟ ਦੇ ਵਿੱਚ ਉਸਤਾਦ ਜੀ ਦਾ ਬੜਾ ਖਾਸ ਯੋਗਦਾਨ ਰਿਹਾ ਹੈ। ਉਸਤਾਦ ਜੀ ਨੇ ਨਵੇਂ ਸ਼ਬਦਾਂ ਦੀਆਂ ਬੰਦਿਸ਼ਾਂ ਬਣਾਉਣ ਤੋਂ ਲੈ ਕੇ ਸਾਰੇ ਸ਼ਬਦਾਂ ਦਾ ਸੰਗੀਤ ਆਪਣੀ ਦੇਖ ਰੇਖ ਵਿੱਚ ਸੰਪੂਰਨ ਕੀਤਾ ਹੈ। ਪਿਛਲੇ ਕਈ ਮਹੀਨਿਆਂ ਤੋਂ ਉਸਤਾਦ ਜੀ ਨੇ ਪੰਜਾਬ ਵਿੱਚ ਰਹਿ ਕੇ ਇਸ ਪ੍ਰੋਜੈਕਟ ਦੀ ਅਗਵਾਈ ਕੀਤੀ ਹੈ। ਅਸੀਂ ਚਾਹੁੰਦੇ ਸੀ ਕਿ ਉਸਤਾਦ ਜੀ ਆਪ ਆਪਣਾ ਐਕਸਪੀਰੀਅੰਸ ਸਾਰਿਆਂ ਨਾਲ ਸਾਂਝਾ ਕਰਨ। ਜਦੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਸੰਗਤਾਂ ਨਾਲ ਆਪਣਾ ਕੋਈ ਮੈਸੇਜ ਸ਼ੇਅਰ ਕਰਨ ਤਾਂ ਉਹਨਾਂ ਨੇ ਬੜੀ ਹੀ ਨਿਮਰਤਾ ਨਾਲ ਕਿਹਾ, ਇੱਕ ਕਲਾਕਾਰ ਨੂੰ ਬੋਲਣ ਦੀ ਲੋੜ ਨਹੀਂ ਹੁੰਦੀ, ਉਸ ਦਾ ਕੀਤਾ ਕੰਮ ਆਪ ਬੋਲਦਾ ਹੈ। ਤੇ ਹੁਣ ਅਸੀਂ ਉਸਤਾਦ ਸੁਰਜੀਤ ਸਿੰਘ ਜੀ ਦੇ ਨਾਲ ਪ੍ਰੋਫੈਸਰ ਭਜਨ ਸਿੰਘ ਜੀ ਦੇ ਬਾਰੇ ਆਪ ਜੀ ਨੂੰ ਥੋੜੀ ਜਿਹੀ ਜਾਣਕਾਰੀ ਦੇਵਾਂਗੇ। ਪ੍ਰੋਫੈਸਰ ਭਜਨ ਸਿੰਘ ਜੀ ਦਾ ਵੀ ਇਸ ਪ੍ਰੋਜੈਕਟ ਦੇ ਵਿੱਚ ਬਹੁਤ ਹੀ ਖਾਸ ਯੋਗਦਾਨ ਰਿਹਾ ਹੈ। ਪ੍ਰੋਫੈਸਰ ਭਜਨ ਸਿੰਘ ਜੀ ਲਾਹੌਰ ਬਾਜ ਪੰਜਾਬ ਘਰਾਣਾ ਦੇ ਪਖਾਵਜੀ ਨੇ। ਇਹਨਾਂ ਨੇ ਹਿੰਦੁਸਤਾਨੀ ਸੰਗੀਤ ਦੀ ਸਿਖਲਾਈ ਗੁਰੂ ਸ਼ਿਸ਼ਯ ਪਰੰਪਰਾ ਅਨੁਸਾਰ ਉਸਤਾਦ ਲਕਸ਼ਮਣ ਸਿੰਘ ਸੀਨ ਜੀ ਪਾਸੋਂ ਲਈ। ਪਰੰਪਰਾਗਤ ਸਿਖਲਾਈ ਦੇ ਨਾਲ-ਨਾਲ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਮਿਊਜ਼ਿਕ ਵਿੱਚ ਮਾਸਟਰਸ ਦੀ ਡਿਗਰੀ ਵੀ ਕੀਤੀ ਅਤੇ ਗੋਲਡ ਮੈਡਲ ਵੀ ਲਿੱਤਾ। ਪ੍ਰੋਫੈਸਰ ਭਜਨ ਸਿੰਘ ਜੀ ਅਤੇ ਨਾਦ ਮਿਊਜ਼ਿਕ ਇੰਸਟੀਚਿਊਟ ਦਾ ਸ਼ੁਰੂ ਤੋਂ ਹੀ ਸੰਬੰਧ ਰਿਹਾ ਹੈ। ਇਸ ਪ੍ਰੋਜੈਕਟ ਵਿੱਚ ਉਹਨਾਂ ਦੇ ਨਿਗਰਾਨੀ ਹੇਠ ਹਰ ਸ਼ਬਦ ਦੀ ਤਾਲ ਅਤੇ ਲੈਅ ਉਸ ਸ਼ਬਦ ਦੇ ਭਾਵ ਅਤੇ ਰਸ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਧਾਰਿਤ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਈ ਸ਼ਬਦਾਂ ਦੀਆਂ ਬੰਦਿਸ਼ਾਂ ਤਿਆਰ ਕੀਤੀਆਂ ਹਨ। ਆਪ ਉਹਨਾਂ ਬੰਦਿਸ਼ਾਂ ਦਾ ਕੀਰਤਨ ਵੀ ਕੀਤਾ ਹੈ ਅਤੇ ਕਈ ਸਾਰੇ ਸ਼ਬਦਾਂ ਦੇ ਨਾਲ ਪਖਾਵਜ ਵਿੱਚ ਸਾਥ ਵੀ ਕੀਤਾ ਹੈ। ਆਓ ਹੁਣ ਅਸੀਂ ਪ੍ਰੋਫੈਸਰ ਭਜਨ ਸਿੰਘ ਜੀ ਵੱਲੋਂ ਭੇਜਿਆ ਹੋਇਆ ਉਹਨਾਂ ਦਾ ਇੱਕ ਸੁਨੇਹਾ ਸੁਣਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਆਪ ਸਭ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਅਰਪਣ ਕਰਦਾ ਹਾਂ। ਨਾਦ ਮਿਊਜ਼ਿਕ ਇੰਸਟੀਚਿਊਟ ਅਮਰੀਕਾ ਦੇ ਇਸ ਨਿਵੇਕਲੇ ਅਤੇ ਵਿਲੱਖਣ ਪ੍ਰੋਜੈਕਟ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲੋਂ ਪ੍ਰਯੋਗ ਕੀਤੇ ਗਏ 17 ਰਾਗਾਂ ਵਿੱਚ 6 ਵੱਖ-ਵੱਖ ਕੀਰਤਨਕਾਰਾਂ ਵੱਲੋਂ 17 ਹੀ ਰਾਗਾਂ ਵਿੱਚ 17 ਵੱਖ-ਵੱਖ ਸ਼ਬਦ ਗਾਇਨ ਕੀਤੇ ਗਏ ਹਨ। ਮੈਨੂੰ ਇਸ ਪ੍ਰੋਜੈਕਟ ਵਿੱਚ ਸ਼ੁਰੂ ਤੋਂ ਹੀ ਸ਼ਾਮਲ ਹੋਣ ਦਾ ਮੌਕਾ ਮਿਲ ਗਿਆ ਸੀ। ਇਸ ਪ੍ਰੋਜੈਕਟ ਵਿੱਚ ਸ਼ਬਦ ਦੀ ਪ੍ਰਧਾਨਤਾ ਨੂੰ ਮੁੱਖ ਰੱਖਦੇ ਹੋਏ ਸਾਰੇ ਹੀ ਸ਼ਬਦਾਂ ਨੂੰ ਨਿਰਧਾਰਤ ਰਾਗਾਂ ਵਿੱਚ ਅਤੇ ਪਖਾਵਜ ਦੀਆਂ ਤਾਲਾਂ ਉੱਤੇ ਗਾਇਨ ਕੀਤਾ ਗਿਆ ਹੈ। ਸਾਰੇ ਹੀ ਸ਼ਬਦਾਂ ਨਾਲ ਪਖਾਵਜ ਦਾ ਪ੍ਰਯੋਗ ਕੀਤਾ ਗਿਆ ਹੈ। ਪੰਜਾਬ ਅੰਗ ਦਾ ਤੇ ਤਾਲਾ, ਮਦਨ ਤਾਲ, ਚਾਚਰ ਤਾਲ, ਆਦਿ ਤਾਲ ਅਤੇ
ਤੀਵਰਾ ਆ ਤਾਲਾਂ ਦਾ ਸ਼ਬਦ ਬੰਦਸ਼ਾਂ ਨਾਲ ਪ੍ਰਯੋਗ ਕੀਤਾ ਗਿਆ ਹੈ। ਮੱਧਕਾਲ ਦੀ ਸਿਰਮੌਰ ਗਾਇਨ ਸ਼ੈਲੀ ਧਰੁਪਦ ਧਮਾਰ ਦੇ ਵਿਕਾਸ ਵਿੱਚ ਜਿੱਥੇ ਪਖਾਵਜ ਦਾ ਵਡਮੁੱਲਾ ਯੋਗਦਾਨ ਰਿਹਾ ਹੈ, ਉੱਥੇ ਗੁਰੂ ਕਾਲ ਤੋਂ ਹੀ ਗੁਰਬਾਣੀ ਕੀਰਤਨ ਪਰੰਪਰਾ ਨਾਲ ਪਖਾਵਜ ਦਾ ਵੀ ਪ੍ਰਯੋਗ ਹੁੰਦਾ ਆਇਆ ਹੈ। ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਕਦੇ ਮਰਦੰਗ ਅਤੇ ਕਦੇ ਪਖਾਵਜ ਦੇ ਰੂਪ ਵਿੱਚ ਅਨੇਕਾਂ ਵਾਰ ਜ਼ਿਕਰ ਆਇਆ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਤੇਰਾ ਜਨ ਨਿਰਤ ਕਰੇ ਗੁਣ ਗਾਵੈ, ਰਬਾਬ ਪਖਾਵਜ ਤਾਲ ਘੁੰਗਰੂ ਅਨਹਦ ਸ਼ਬਦ ਬਜਾਵੈ। ਇਸੇ ਤਰ੍ਹਾਂ ਹੀ ਭਾਈ ਗੁਰਦਾਸ ਜੀ ਵੀ ਆਪਣੀਆਂ ਵਾਰਾਂ ਵਿੱਚ ਫਰਮਾਨ ਕਰਦੇ ਹਨ ਕਿ ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਰਦੰਗ ਰਬਾਬਾਂ। ਪਖਾਵਜ ਅਤੇ ਮਰਦੰਗ ਕੋਈ ਵੱਖਰੇ ਸਾਜ਼ ਨਹੀਂ ਹਨ, ਇਹ ਇੱਕ ਹੀ ਸਾਜ਼ ਦੇ ਦੋ ਵੱਖ-ਵੱਖ ਭਾਸ਼ਾਵਾਂ ਦੇ ਨਾਮ ਹਨ। ਗੁਰੂ ਤੇਗ ਬਹਾਦਰ ਸਾਹਿਬ ਜੀ ਜਿੱਥੇ ਤੇਗ ਦੇ ਧਨੀ ਸਨ, ਉੱਥੇ ਧਨੰਤਰ ਪਖਾਵਜੀ ਵੀ ਸਨ। ਮੈਨੂੰ ਇਸ ਪ੍ਰੋਜੈਕਟ ਵਿੱਚ ਸੰਸਾਰ ਪ੍ਰਸਿੱਧ ਸਰੰਗੀ ਵਾਦਕ ਉਸਤਾਦ ਸਰਜੀਤ ਸਿੰਘ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਵੱਖ-ਵੱਖ ਕੀਰਤਨਕਾਰਾਂ ਨਾਲ ਪਖਾਵਜ ਵਜਾਉਣ ਦਾ ਮੌਕਾ ਮਿਲਿਆ ਅਤੇ ਖੁਦ ਆਪ ਵੀ ਸ਼ਬਦ ਗਾਇਨ ਕਰਨ ਦਾ ਮੌਕਾ ਮਿਲਿਆ, ਜੋ ਕਿ ਮੇਰੀ ਜ਼ਿੰਦਗੀ ਦਾ ਇੱਕ ਅਹਿਮ ਅਨੁਭਵ ਸੀ। ਸੰਸਾਰ ਭਰ ਵਿੱਚ ਵਸਦੀਆਂ ਸਮੂਹ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਅਤੇ ਗੁਰਬਾਣੀ ਕੀਰਤਨ ਪ੍ਰੇਮੀਆਂ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਉਹ ਨਾਦ ਮਿਊਜ਼ਿਕ ਇੰਸਟੀਚਿਊਟ ਅਮਰੀਕਾ ਦੇ ਇਸ ਨਿਵੇਕਲੇ ਅਤੇ ਵਿਲੱਖਣ ਪ੍ਰੋਜੈਕਟ ਦਾ ਵੱਧ ਤੋਂ ਵੱਧ ਲਾਹਾ ਲੈਣ। ਆਖਰ ਵਿੱਚ ਮੈਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੀਆਂ ਫਿਰ ਤੋਂ ਵਧਾਈਆਂ ਦਿੰਦਾ ਹੋਇਆ ਆਪ ਸਭ ਕੋ ਖਿਮਾ ਦੀ ਜਾਚਨਾ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੁਨੇਹਾ ਸੀਗਾ ਸਾਡੇ ਕੋਲ ਪ੍ਰੋਫੈਸਰ ਪੰਜਨ ਸਿੰਘ ਜੀ ਵੱਲੋਂ, ਜਿਹੜੇ ਪੰਜਾਬ ਵਿੱਚ ਰਹਿੰਦੇ ਹਨ। ਤੇ ਆਓ ਹੁਣ ਅਸੀਂ ਆਪ ਜੀ ਨਾਲ ਦੂਸਰੇ ਸ਼ਬਦ ਦੀ ਸਾਂਝ ਪਾਉਂਦੇ ਹਾਂ। ਇਹ ਦੂਸਰਾ ਸ਼ਬਦ ਬੱਚੀ ਜਸਨੂਰ ਕੌਰ ਵੱਲੋਂ ਕੀਰਤਨ ਕੀਤਾ ਗਿਆ ਹੈ। ਜਸਨੂਰ ਕੌਰ ਸਾਡੇ ਸਭ ਤੋਂ ਛੋਟੀ ਉਮਰ ਦੇ ਦੋ ਕੀਰਤਨੀਆਂ ਵਿੱਚੋਂ ਨੇ। ਜਸਨੂਰ ਕੌਰ ਦੀ ਕੀਰਤਨ ਦੀ ਸਿਖਲਾਈ ਬਚਪਨ ਤੋਂ ਹੀ ਸ਼ੁਰੂ ਹੋ ਗਈ ਸੀ। ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਪਾਸੋਂ ਉਹਨਾਂ ਨੇ ਕੀਰਤਨ ਸਿੱਖਿਆ ਅਤੇ ਫਿਰ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਦੀ ਨਿਗਰਾਨੀ ਹੇਠ ਵੀ ਇਹਨਾਂ ਨੇ ਕੀਰਤਨ ਦੀ ਸਿਖਲਾਈ ਲਿੱਤੀ। 15 ਸਾਲ ਦੀ ਛੋਟੀ ਜੀ ਉਮਰ ਵਿੱਚ ਹੀ ਇਹਨਾਂ ਨੇ ਕਈ ਡਿਸਟ੍ਰਿਕਟ ਅਤੇ ਸਟੇਟ ਲੈਵਲ ਕੰਪੀਟੀਸ਼ਨਸ ਵਿੱਚ ਸ਼ਾਮਲ ਹੋ ਕੇ ਬਹੁਤ ਸਾਰੇ ਅਵਾਰਡਸ ਵੀ ਜਿੱਤੇ ਹਨ। ਜਸਨੂਰ ਕੌਰ ਸਾਡੇ ਯੰਗ ਕੀਰਤਨੀਆਂ ਲਈ, ਸਾਡੇ ਸਾਰਿਆਂ ਲਈ ਐਕਚੁਅਲੀ ਇੱਕ ਪ੍ਰੇਰਨਾ ਨੇ। ਕੀਰਤਨ ਕਰਨ ਦੇ ਨਾਲ ਨਾਲ ਜਸਨੂਰ ਕੌਰ ਮੈਡੀਕਲ ਸਾਇੰਸ ਦੀ ਪੜ੍ਹਾਈ ਵੀ ਕਰ ਰਹੇ ਨੇ। ਅਸੀਂ ਅਰਦਾਸ ਕਰਦੇ ਹਾਂ ਕਿ ਇਹ ਆਉਣ ਵਾਲੇ ਸਮੇਂ ਵਿੱਚ ਗੁਰਬਾਣੀ ਕੀਰਤਨ ਦਾ ਸਾਰੀ ਦੁਨੀਆ ਵਿੱਚ ਪ੍ਰਚਾਰ ਕਰਨਗੇ। ਆਓ ਹੁਣ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਉਚਾਰਿਆ ਹੋਇਆ ਸ਼ਬਦ ਚੇਤਨਾ ਹੈ ਤਉ ਚੇਤ ਲੈ, ਰਾਗ ਤਿਲੰਗ ਕਾਫੀ ਵਿੱਚ ਜਸਨੂਰ ਕੌਰ ਪਾਸੋਂ ਸਰਵਣ ਕਰਦੇ ਹਾਂ। ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਸ ਸ਼ਬਦ ਦਾ ਵੀ ਰਹਾਓ ਅਤੇ ਪਹਿਲਾ ਪਦਾ ਹੀ ਸਰਵਣ ਕਰਾਂਗੇ। Again request, please your headphones if you can. Let's again give our attendance in the court of Guru Tegh Bahadur Sahib. Please close your eyes.
Let's listen to this Shabad by Jasnoor Kaur. एक ओंकार सतगुर प्रसाद तिलंग महला काफी चेतना है तो चेत ले, चेतना है तो चेत ले, निस दिन में प्राणी, निस दिन में प्राणी, छिन छिन याद बिहार
Thank you so much ਮਨਜੀਤ ਵੀਰ ਜੀ। What a great experience। ਹਜੇ ਵੀ ਜਿੰਨੀ ਵਾਰੀ ਵੀ ਸ਼ਬਦ ਸੁਣਦਾ ਹਾਂ, it's an experience listen ਦੇ ਲਈ, and ਮੈਂ ਉਮੀਦ ਕਰਦਾ ਹਾਂ ਜਿਹੜੇ ਸੁਣ ਰਹੇ ਹੋ ਤੇ ਹੋਰ ਵੀ ਜਿਹੜੇ ਤੁਸੀਂ ਸ਼ਬਦ ਸੁਣੋਗੇ ਤੁਹਾਡਾ ਵੀ ਐਕਸਪੀਰੀਅੰਸ ਸਾਡੇ ਵਾਂਗੂ ਸਿਮਿਲਰ ਹੀ ਹੋਏਗਾ। ਜਿੰਨਾ ਅਸੀਂ ਇੰਜੋਏ ਕੀਤਾ ਇਸ ਪ੍ਰੋਜੈਕਟ ਨੂੰ ਬਣਾਉਣ ਦੇ ਵਿੱਚ, ਤੁਸੀਂ ਸੁਣਨ ਦੇ ਵਿੱਚ ਵੀ ਉਨਾ ਹੀ ਐਕਸਪੀਰੀਅੰਸ ਨੂੰ ਇੰਜੋਏ ਕਰੋਗੇ ਆਪਣੇ। ਤੇ ਹੁਣ ਆਪਾਂ ਕੁਐਸਚਨ ਐਂਡ ਆਨਸਰ ਸੈਗਮੈਂਟ ਵਿੱਚ ਚੱਲਦੇ ਹਾਂ। ਮੈਂ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਆਲਰੇਡੀ ਸਾਨੂੰ ਈਮੇਲਸ ਦੇ ਵਿੱਚ ਜਾਂ ਫੇਸਬੁੱਕ ਉੱਪਰ ਸਵਾਲ ਭੇਜੇ ਸਨ। ਅਸੀਂ ਉਹ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਸਮੇਂ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੇ ਸਵਾਲ ਸਾਨੂੰ ਇਸ ਵੇਲੇ ਲਾਈਵ ਸੈਸ਼ਨ ਦੇ ਵਿੱਚ ਵੀ ਆਏ ਹਨ ਉਹਨਾਂ ਨੂੰ ਵੀ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਅਗਰ ਆਪ ਜੀ ਦਾ ਕੋਈ ਵੀ ਸਵਾਲ ਅਸੀਂ ਇੱਥੇ ਨਹੀਂ ਆਨਸਰ ਕਰ ਸਕੇ ਜਾਂ ਸਾਨੂੰ ਸਮਾਂ ਨਹੀਂ ਲੱਗਿਆ ਤਾਂ ਤੁਸੀਂ ਸਾਨੂੰ info@naadmusic.org ਉੱਪਰ ਆਪਣਾ ਸਵਾਲ ਭੇਜ ਕੇ ਸੰਪਰਕ ਕਰ ਸਕਦੇ ਹੋ। ਮਨਜੀਤ ਵੀਰ ਜੀ, ਸਾਡਾ ਪਹਿਲਾ ਸਵਾਲ ਸਾਨੂੰ ਹਰਜੀਤ ਸਿੰਘ ਜੀ ਜੋ ਕੈਲੀਫੋਰਨੀਆ ਤੋਂ ਨੇ ਉਹਨਾਂ ਤੋਂ ਆਇਆ ਤੇ ਉਹ ਸਵਾਲ ਕਰ ਰਹੇ ਨੇ, can you please share details on Pakhavaj being used by Shri Guru Tegh Bahadur Sahib? I think we covered it in the summary earlier, but if you would like to add anything to it. ਹਾਂਜੀ ਜ਼ਰੂਰ। ਥੈਂਕ ਯੂ ਪ੍ਰਮੀਤ ਸਿੰਘ ਜੀ। ਹਰਪ੍ਰੀਤ ਸਿੰਘ ਜੀ ਦਾ ਸਵਾਲ ਬਹੁਤ ਹੀ ਵਾਜਬ ਹੈਗਾ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਪਖਾਵਜ ਦੇ ਨਾਲ ਰਿਲੇਸ਼ਨ ਦੱਸ ਰਹੇ ਹਾਂ ਉਹ ਬੇਸਡ ਔਨ ਰਿਸਰਚ ਹੈਗਾ। ਜਿਵੇਂ ਮੈਂ ਆਪਣੀ ਇੰਟਰੋਡਕਸ਼ਨ 'ਚ ਵੀ ਕਵਰ ਕੀਤਾ ਸੀਗਾ ਪ੍ਰੋਜੈਕਟ ਇੰਟਰੋਡਕਸ਼ਨ 'ਚ ਕਿ ਜੇ ਅਸੀਂ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼ ਦੇਖੀਏ ਐਂਡ ਇਫ ਯੂ ਲੁੱਕ ਅੰਡਰ ਜੌਨਪੁਰ, ਸੋ ਇਟਸ ਵੈਰੀ ਹਿਡਨ, ਸਰਚ ਫॉर द वर्ड ਜੌਨਪੁਰ ਤੇ ਉਹਦੇ ਵਿੱਚ ਸਾਰੀ ਡਿਟੇਲ ਆ ਜਾਏਗੀ ਕਿ ਜੌਨਪੁਰ ਸ਼ਹਿਰ ਦਾ ਕਿਵੇਂ ਸਿੱਖਾਂ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਨਾਲ ਜੁੜਿਆ ਹੋਇਆ ਹੈ ਤੇ ਕਿਵੇਂ ਉਧਰ ਦੀ ਸੰਗਤ ਮਰਦੰਗ ਵਾਲੀ ਕਿਹਾ ਜਾਂਦਾ ਸੀਗਾ। ਉਹਨਾਂ ਨੇ ਵਰਡ ਬਾਏ ਵਰਡ ਲਿਖਿਆ ਕਿ ਉੱਥੇ ਦੇ ਇੱਕ ਸਿੱਖ ਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਮਰਦੰਗ ਭੇਟ ਕੀਤਾ। ਇਸ ਤੋਂ ਇਲਾਵਾ ਇਹਦੀ ਹੋਰ ਕਾਫੀ ਡਿਟੇਲਸ ਸਾਡਾ ਇੱਕ ਰਿਸਰਚ ਪੇਪਰ ਵੀ ਪਬਲਿਸ਼ ਹੋ ਰਿਹਾ ਹੈ, ਅੰਡਰ ਪਬਲਿਕੇਸ਼ਨ ਹੈ। ਮੇਬੀ ਵਿਦ ਇਨ ਅ ਵੀਕ ਇਟ ਵਿਲ ਬੀ ਆਊਟ and we will be happy to share that research with you। ਉਹਦਾ ਟਾਈਟਲ ਹੀ ਇਹ ਹੈਗਾ ਗੁਰੂ ਤੇਗ ਬਹਾਦਰ ਸਾਹਿਬ ਦੀ ਕੀਰਤਨ ਸ਼ੈਲੀ। ਉਹਨਾਂ ਨੇ ਸਿਖਲਾਈ ਕਿੱਧਰੋਂ ਲਿੱਤੀ, ਉਹਨਾਂ ਦੇ ਨਾਲ ਕੀਰਤਨ ਕੌਣ ਕਰਦਾ ਸੀਗਾ, ਸਾਰਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਹੜੀ ਕੀਰਤਨ ਦੀ ਕੰਪਲੀਟ ਦੇਣ ਹੈਗੀ ਹੈ ਉਸ ਪੇਪਰ ਦੇ ਵਿੱਚ ਡਿਟੇਲ ਵਿੱਚ ਕਵਰ ਕੀਤੀ ਗਈ ਹੈ। ਉਹ ਵੀ ਆਪ ਜੀ ਨਾਲ ਆਪਾਂ ਸ਼ੇਅਰ ਕਰਾਂਗੇ ਜਿਵੇਂ ਹੀ ਉਹ ਰਿਲੀਜ਼ ਹੋਏਗਾ। ਹਾਂਜੀ ਪ੍ਰਮੀਤ ਵੀਰ ਜੀ। ਜੀ ਥੈਂਕ ਯੂ ਵੀਰ ਜੀ। ਅਗਲਾ ਸਵਾਲ ਸਾਨੂੰ ਕੈਲੀਫੋਰਨੀਆ ਤੋਂ ਬਲਦੇਵ ਸਿੰਘ ਜੀ ਪੁੱਛਦੇ ਹਨ। ਉਹ ਕਹਿ ਰਹੇ ਹਨ ਕਿ ਇਕੱਲੇ ਰਾਗ ਅਤੇ ਨਿਰਧਾਰਿਤ ਰਾਗ ਦੇ ਵਿੱਚ ਕੀ ਫਰਕ ਹੁੰਦਾ ਹੈ? ਹਾਂਜੀ, ਬਹੁਤ ਹੀ ਇਹਨਾਂ ਦਾ ਜੀ ਚੰਗਾ ਸਵਾਲ ਹੈਗਾ। ਮੈਂ ਆਪ ਬੜਾ ਕਨਫਿਊਜ਼ ਹੁੰਦਾ ਸੀਗਾ ਜਦੋਂ ਕੋਈ ਕਹਿੰਦਾ ਸੀ ਵੀ ਰਾਗ 'ਚ ਕੀਰਤਨ ਹੋ ਰਿਹਾ ਹੈ ਤੇ ਮੈਂ ਕਹਿੰਦਾ ਸੀ ਅੱਛਾ। ਫਿਰ ਥੋੜੇ ਟਾਈਮ ਬਾਅਦ ਜਿਵੇਂ ਜਿਵੇਂ ਸਿਖਲਾਈ ਸ਼ੁਰੂ ਕੀਤੀ ਉਹ ਕਹਿੰਦੇ ਵੀ ਨਿਰਧਾਰਿਤ ਰਾਗ 'ਚ ਕੀਰਤਨ ਕਰਨਾ ਚਾਹੀਦਾ ਤੇ ਮੈਨੂੰ ਸਮਝ ਨਹੀਂ ਆਈ ਨਿਰਧਾਰਿਤ ਰਾਗ ਤੇ ਰਾਗ 'ਚ ਕੀ ਫਰਕ ਹੈਗਾ। ਜਿਵੇਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦੇਖਦੇ ਹਾਂ ਤੇ ਮੋਸਟਲੀ ਸ਼ਬਦਾਂ ਦੇ ਉੱਤੇ ਟਾਈਟਲ ਦੇ ਵਿੱਚ ਮੈਂਸ਼ਨ ਕੀਤਾ ਹੁੰਦਾ ਰਾਗ ਦਾ ਨਾਮ। ਜਿਵੇਂ ਅਸੀਂ ਕਹਿ ਲਈਏ ਆਸਾ ਮਹਿਲਾ 9ਵਾਂ, ਤੇ ਉਹ ਜੇ ਅਸੀਂ ਉਸ ਸ਼ਬਦ ਨੂੰ ਆਸਾ ਰਾਗ ਦੇ ਵਿੱਚ ਹੀ ਗਾਉਂਦੇ ਹਾਂ ਤੇ ਫਿਰ ਉਹ ਬਣ ਜਾਂਦਾ ਨਿਰਧਾਰਿਤ ਰਾਗ ਦੇ ਵਿੱਚ ਕੀਰਤਨ ਕੀਤਾ ਗਿਆ। ਜੇ ਅਸੀਂ ਉਸ ਸ਼ਬਦ ਦਾ ਕੋਈ ਹੋਰ ਰਾਗ ਪਿਕ ਕਰ ਲੈਂਦੇ ਹਾਂ ਆਪਣੀ ਮਰਜ਼ੀ ਨਾਲ, ਉਹਨੂੰ ਮਾਝ 'ਚ ਗਾ ਦਿੰਦੇ ਹਾਂ ਜਾਂ ਕਿਸੇ ਹੋਰ ਰਾਗ 'ਚ ਗਾ ਦਿੰਦੇ ਹਾਂ, ਜਿਹੜਾ ਬਹੁਤ ਕਾਮਨ ਦੇਖਣ ਨੂੰ ਮਿਲਦਾ, ਉਹ ਫਿਰ ਇੱਕ ਤੁਸੀਂ ਕਹਿ ਲਓ ਕਿ ਵੀ ਨਿਰਧਾਰਿਤ ਰਾਗ ਨਹੀਂ ਰਹਿ ਜਾਂਦਾ। ਉਹ ਫਿਰ ਰਾਗ 'ਚ ਤੇ ਕੀਰਤਨ ਹੈ ਪਰ ਗੁਰੂ ਸਾਹਿਬ ਦੇ ਦੱਸੇ ਹੋਏ ਰਾਗ ਦੇ ਅਨੁਸਾਰ ਕੀਰਤਨ ਨਹੀਂ ਹੈ। ਸੋ ਨਿਰਧਾਰਿਤ ਬੇਸਿਕਲੀ ਇਨ ਸ਼ਾਰਟ is basically the prescribed rag of the Shabad। ਹਾਂਜੀ ਪ੍ਰਮੀਤ ਵੀਰ। ਥੈਂਕ ਯੂ ਵੀਰ ਜੀ। ਤੇ ਇੱਕ ਸਾਨੂੰ ਸੈਸ਼ਨ ਦੇ ਵਿੱਚ ਲਾਈਵ ਸਵਾਲ ਆਇਆ ਹੈ ਮਨਪ੍ਰੀਤ ਚੱਡਾ ਜੀ ਹੋਣਾ ਦਾ ਤੇ ਗੁਰਮੀਤ ਕੌਰ ਜੀ ਹੋਣਾ ਦਾ। ਆਈ ਗੈਸ ਆਪਾਂ ਨੈਕਸਟ ਸੈਸ਼ਨ ਦੇ ਵਿੱਚ ਹਰਪ੍ਰੀਤ ਵੀਰ ਜੀ ਕਵਰ ਕਰ ਹੀ ਰਹੇ ਨੇ, ਬਟ ਉਹਨਾਂ ਦਾ ਸਵਾਲ ਹੈਗਾ ਵੀ will it be possible or ਇਹ ਫਾਈਲਸ ਕਦੋਂ ਅਵੇਲੇਬਲ ਹੋਣਗੀਆਂ and then will it be possible to download or listen to these files and happy to purchase or donate। So basically another question, we're covering it but if you want to add anything to that। ਹਾਂਜੀ, ਸੋ ਇਹ ਫਾਈਲਸ ਕਦੋਂ ਤੇ ਕਿੱਥੇ ਅਵੇਲੇਬਲ ਹੋਣਗੀਆਂ ਹਰਪ੍ਰੀਤ ਸਿੰਘ ਵੀਰ ਜੀ ਦੱਸਣਗੇ। ਅਗਲੇ 5 ਮਿੰਟਾਂ 'ਚ ਤੁਹਾਨੂੰ ਸਾਰੀ ਇਨਫੋਰਮੇਸ਼ਨ ਮਿਲ ਜਾਏਗੀ ਤੇ they are free to listen
And if you want to download them, you can contact us. We can give you those files free of cost for you to personally use on your equipments. We are not charging anything. ਸੰਗਤ ਨੇ ਬਹੁਤ ਸਹਿਯੋਗ ਦਿੱਤਾ ਹੈ ਸਾਨੂੰ ਇਸ ਪ੍ਰੋਜੈਕਟ ਦੇ ਵਿੱਚ, ਤੇ ਜੇ ਸੰਗਤ ਆਪਣੇ ਮਨੋਂ ਹੋਰ ਸਹਿਯੋਗ ਕਰਨਾ ਚਾਹੁੰਦੀ ਹੈ ਇਸ ਪ੍ਰੋਜੈਕਟ ਨੂੰ ਜਾਂ ਆਉਣ ਵਾਲੇ ਹੋਰ ਪ੍ਰੋਜੈਕਟਸ ਨੂੰ, ਤੇ ਯੈਸ ਡੈਫੀਨੇਟਲੀ ਸਾਰੇ ਕਾਰਜ ਸਾਡੇ ਸੰਗਤ ਦੇ ਸਹਿਯੋਗ ਨਾਲ ਹੀ ਹੁੰਦੇ ਹਨ। ਥੈਂਕ ਯੂ ਵੀਰ ਜੀ। ਤੇ one last question will take ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ anonymous attendee ਤੋਂ ਕੁਐਸਚਨ ਆਇਆ ਵੀ ਗੁਰਮਤ ਸੰਗੀਤ ਅਤੇ ਕਲਾਸੀਕਲ ਸਿੰਗਿੰਗ ਦੇ ਵਿੱਚ ਕੀ ਫਰਕ ਹੈ? ਗੁਰਮਤ ਸੰਗੀਤ ਤੇ ਕਲਾਸੀਕਲ ਸਿੰਗਿੰਗ ਦੇ ਵਿੱਚ ਕੀ ਫਰਕ ਹੈ? ਬਹੁਤ ਫਰਕ ਹੈ ਜੀ। ਜਦੋਂ ਅਸੀਂ ਕਲਾਸੀਕਲ ਸਿੰਗਿੰਗ ਕਹਿ ਦਿੰਦੇ ਹਾਂ ਤੇ ਜਿਵੇਂ ਅਸੀਂ ਨਾਰਮਲੀ ਸੁਣਨ ਨੂੰ ਮਿਲਦਾ ਹੈਗਾ, ਹੈ ਨਾ, ਜਿਹੜੀ ਪਹਿਲਾ ਸਵਾਲ ਸੀਗਾ ਨਾ ਇਹਦੇ ਨਾਲ ਕਾਫੀ ਰਲਦਾ ਮਿਲਦਾ ਕਿ ਨਿਰਧਾਰਿਤ ਰਾਗ ਤੇ ਰਾਗ ਦੇ ਵਿੱਚ ਕੀ ਫਰਕ ਹੈ। ਹੁਣ ਕਲਾਸੀਕਲ ਸਿੰਗਿੰਗ ਦੇ ਵਿੱਚ ਹੋ ਸਕਦਾ ਅਸੀਂ ਕੋਈ ਵੀ ਰਾਗ ਪਿਕ ਕਰ ਲੈਂਦੇ ਹਾਂ। ਗੁਰਮਤ ਸੰਗੀਤ ਉਦੋਂ ਬਣ ਜਾਂਦਾ ਜਦੋਂ ਅਸੀਂ ਨਿਰਧਾਰਿਤ ਰਾਗ ਦੇ ਵਿੱਚ ਉਸ ਸ਼ਬਦ ਦਾ ਗਾਇਨ ਕਰਦੇ ਹਾਂ। ਕਲਾਸੀਕਲ ਸਿੰਗਿੰਗ ਦੇ ਵਿੱਚ ਅਸੀਂ ornamentations ਬਹੁਤ ਜ਼ਿਆਦਾ ਕਰਦੇ ਹਾਂ, ਜਿਵੇਂ ਖਾਸ ਕਰਕੇ ਜਿਹੜਾ ਅੱਜ ਕੱਲ੍ਹ ਪ੍ਰਚਲਿਤ ਹੈਗਾ ਕਲਾਸੀਕਲ ਸਿੰਗਿੰਗ, ਖਿਆਲ ਗਾਇਕੀ ਦਾ ਸਟਾਈਲ ਹੈ ਜਾਂ ਠੁਮਰੀ ਦਾ ਜਾਂ ਗਜ਼ਲ ਦਾ, ਉਹਦੇ ਤੁਸੀਂ ਦੇਖੋਗੇ ਜਦੋਂ ਕੋਈ ਸ਼ਬਦ ਸ਼ੁਰੂ ਹੋਏਗਾ ਤੁਸੀਂ 1 ਮਿੰਟ 'ਚ ਪਛਾਣ ਜਾਓਗੇ ਕਿ ਵੀ ਯਾਰ ਆਹ ਸ਼ਬਦ ਤੇ ਸੁਣਿਆ ਲੱਗਦਾ, ਜਾਂ ਉਹ ਕਿਸੇ ਗਜ਼ਲ ਦੇ ਨਾਲ ਮੈਚ ਕਰਦਾ ਹੋਏਗਾ ਜਾਂ ਉਹ ਕਿਸੇ ਗਾਣੇ ਨਾਲ ਮੈਚ ਕਰਦਾ ਹੋਏਗਾ, ਜਾਂ ਉਹਦੇ ਵਿੱਚ ਇੰਨੀਆਂ ਸਰਗਮਾਂ ਹੋਣਗੀਆਂ ਤੁਸੀਂ ਕਹੋ ਵੀ ਇਹਦਾ ਰਾਗ 'ਚ ਹੀ ਪੜ੍ਹ ਰਹੇ ਹਾਂ, ਗਾ ਗਾ ਰੇ ਰੇ ਸਾ ਸਾ ਬਾਰ-ਬਾਰ ਕਰੀ ਜਾਣਗੇ। ਉਹ ਹੋ ਜਾਂਦੀ ਕਲਾਸੀਕਲ ਸਿੰਗਿੰਗ ਕਿ ਸ਼ਬਦ ਦੇ ਉੱਤੇ ਅਨਵਾਂਟਡ ਤੇ ਐਕਸਟਰਾ ornamentations ਕਰਦੇ ਨੇ ਜਿਹਦੇ ਨਾਲ ਸ਼ਬਦ ਦਾ ਆਪਣਾ ਮੂਲ ਸਰੂਪ ਘਟ ਜਾਂਦਾ ਹੈ। ਹਾਂ, ਕੁਝ ਡੈਕੋਰੇਸ਼ਨਸ ਚੰਗੀਆਂ ਵੀ ਲੱਗਦੀਆਂ, ਜਿਵੇਂ ਸਾਡੇ ਗੁਰੂ ਸਾਹਿਬਾਨ ਨੇ ਵੀ ਕੀਤੀਆਂ, ਜਿਹੜੇ ਨਾਲ ਅਸੀਂ ਸਾਜ਼ ਵਜਾਉਂਦੇ ਹਾਂ ਉਹਨਾਂ ਨਾਲ ਨਿਖਰਦਾ ਹੈ, ਪਰ ਜੇ ਉਹੀ ਸਾਜ਼ ਡੋਮੀਨੇਟ ਹੋਣ ਲੱਗ ਜਾਣ ਤੇ ਫਿਰ ਸ਼ਬਦ ਥੱਲੇ ਚਲਾ ਜਾਂਦਾ। ਸਾਡੇ ਸਾਰੇ ਸ਼ਬਦਾਂ ਦੇ ਵਿੱਚ ਅਸੀਂ ਇਹ ਖਾਸ ਧਿਆਨ ਰੱਖਿਆ ਹੈ ਕਿ ਸ਼ਬਦ ਦੇ ਭਾਵ ਨੂੰ, ਸ਼ਬਦ ਦੇ ਵਰਡਸ ਨੂੰ ਬੜਾ ਕਲੀਅਰਲੀ ਗਾਇਆ ਜਾਏ ਤੇ ਬੜਾ ਸੁਣਨ ਦੇ ਵਿੱਚ ਬੜਾ ਚੰਗਾ ਲੱਗੇ ਤੇ ਸਾਰਾ ਕੁਝ ਉਹਦੇ ਭਾਵ ਉੱਭਰ ਕੇ ਬਾਹਰ ਆਏ ਸ਼ਬਦ ਦਾ ਜਦੋਂ ਅਸੀਂ ਕੀਰਤਨ ਸੁਣੀਏ। ਸੋ ਇਹੀ ਫਰਕ ਹੈ ਜੀ। ਕਲਾਸੀਕਲ ਸਿੰਗਿੰਗ ਇਜ਼ singing anything in rag with as many ornamentations as you can, versus ਗੁਰਮਤ ਸੰਗੀਤ is singing ਕੀਰਤਨ ਪਰ ਦਾ ਹੁਕਮ ਆਫ ਗੁਰੂ ਸਾਹਿਬ, ਜਿਵੇਂ ਉਹਨਾਂ ਨੇ ਕਿਹਾ। ਤੇ ਇਹਦੇ ਤੇ ਇੱਕ ਗੱਲ ਮੈਨੂੰ ਹੋਰ ਯਾਦ ਆਉਂਦੀ ਹੈ, ਆਈ ਥਿੰਕ ਭਾਈ ਅਵਤਾਰ ਸਿੰਘ ਹੋਣਾ ਜੀ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਤੇ ਉਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਗੁਰਮਤ ਸੰਗੀਤ ਹੈ, ਜਿਹੜਾ ਸ਼ਬਦ ਹੈ ਉਹ ਰਾਗ ਦੇ ਘਨੇੜੇ ਉੱਤੇ ਚੜਿਆ ਹੋਣਾ ਚਾਹੀਦਾ, ਨਾ ਕਿ ਰਾਗ ਸ਼ਬਦ ਦੇ ਘਨੇੜੇ ਉੱਤੇ ਚੜਿਆ ਹੋਣਾ ਚਾਹੀਦਾ। ਵੀ ਗੁਰਮਤ ਸੰਗੀਤ ਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਹੈ, ਰਾਗ ਇੰਨਾ ਹੀ ਡੋਮੀਨੇਟ ਨਾ ਕਰ ਜਾਵੇ ਸ਼ਬਦ ਨੂੰ ਕਿ ਸ਼ਬਦ ਦਾ ਭਾਵ, ਉਹਦਾ ਅਰਥ, ਉਹਦਾ ਐਸੈਂਸ ਜਿਹੜਾ ਆ ਉਹ ਰਾਗ ਦੇ ਵਿੱਚ ਗਵਾਚ ਜਾਵੇ, ਹੈ ਨਾ। ਹਾਂਜੀ, ਨਹੀਂ, ਥੈਂਕ ਯੂ ਮਨਜੀਤ ਵੀਰ ਜੀ, ਥੈਂਕ ਯੂ ਫॉर ਆਨਸਰਿੰਗ ਥੀਸ ਕੁਐਸਚਨਸ। ਤੇ ਸਮੇਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੇ ਸਵਾਲ ਅਸੀਂ ਨਹੀਂ ਆਨਸਰ ਕਰ ਸਕਦੇ, ਜਿਹੜੇ ਸਾਨੂੰ ਲਾਈਵ ਆਏ ਨੇ, ਉਹਨਾਂ ਦੇ ਲਈ ਮੈਂ ਸਾਰਿਆਂ ਤੋਂ ਖਿਮਾ ਮੰਗਦਾ ਹਾਂ। ਤੁਸੀਂ ਪਲੀਜ਼ ਸਾਨੂੰ ਆਪਣੇ ਸਵਾਲ info@naadmusic.org ਉੱਪਰ ਭੇਜ ਸਕਦੇ ਹੋ ਅਤੇ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਨੂੰ ਉਹਨਾਂ ਸਵਾਲਾਂ ਦੇ ਜਵਾਬ ਦੇ ਸਕੀਏ। ਤੇ ਆਓ ਹੁਣ ਨੈਕਸਟ ਲਾਸਟਲੀ ਮੈਂ ਹਰਪ੍ਰੀਤ ਵੀਰ ਜੀ ਨੂੰ ਸੈਸ਼ਨ ਹੈਂਡਓਵਰ ਕਰਨਾ ਚਾਹਾਂਗਾ, ਜੋ ਕਿ ਕਲੋਜ਼ਿੰਗ ਰਿਮਾਰਕਸ ਦੇ ਨਾਲ ਸਾਰੇ ਇਨਫੋਰਮੇਸ਼ਨ ਸਾਨੂੰ ਕਾਫੀ ਜਾਣੇ ਨੇ ਪੁੱਛਿਆ ਕਿ ਐਲਬਮ ਦੀ ਰਿਲੀਜ਼ ਇਨਫੋਰਮੇਸ਼ਨ ਜਾਂ ਹੋਰ ਇਨਫੋਰਮੇਸ਼ਨ ਜਿਹੜੀ ਹੈ ਉਹ ਕਿੱਥੇ ਸੁਣ ਸਕਦੇ ਨੇ, ਤੇ ਹਰਪ੍ਰੀਤ ਵੀਰ ਜੀ ਉਹ ਤੁਹਾਡੇ ਨਾਲ ਸਾਂਝੀ ਕਰਨਗੇ। ਹਰਪ੍ਰੀਤ ਵੀਰ ਜੀ। ਬਹੁਤ ਧੰਨਵਾਦ ਤੁਹਾਡਾ ਪ੍ਰਮੀਤ ਵੀਰ ਜੀ, ਤੇ ਸਾਰਿਆਂ ਦਾ ਬਹੁਤ ਧੰਨਵਾਦ। ਤੇ ਇਸ ਪਾਵਨ ਅਵਸਰ ਤੇ ਨਾਦ ਮਿਊਜ਼ਿਕ ਇੰਸਟੀਚਿਊਟ ਦੀ ਟੀਮ ਵੱਲੋਂ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਆਪਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਵੈਬਿਨਾਰ ਅਟੈਂਡ ਕੀਤਾ ਤੇ ਹਜੇ ਵੀ ਕਰ ਰਹੇ ਹੋ। ਇਹ ਕਾਰਜ ਸਤਿਗੁਰ ਦੀ ਅਸੀਸ ਸਦਕਾ ਤੇ ਸੰਗਤ ਦੇ ਸਹਿਯੋਗ ਨਾਲ ਹੀ ਪੂਰਾ ਹੋਇਆ ਹੈ। ਹੁਣ ਅਸੀਂ ਇਸ ਪ੍ਰੋਜੈਕਟ ਦੇ ਸਪੋਰਟਰਸ ਦਾ ਧੰਨਵਾਦ ਕਰਨਾ ਚਾਹਾਂਗੇ, ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਪ੍ਰੋਜੈਕਟ ਸੰਪੂਰਨ ਹੋਇਆ ਹੈ। ਸਭ ਤੋਂ ਪਹਿਲਾਂ ਅਸੀਂ ਧੰਨਵਾਦੀ ਹਾਂ ਦਸਵੰਧ ਨੈਟਵਰਕ ਦੇ, ਜਿਨ੍ਹਾਂ ਨੇ ਇਸ ਪ੍ਰੋਜੈਕਟ ਨੂੰ ਆਪਣੇ ਵੈਬਸਾਈਟ ਤੇ ਪ੍ਰਚਾਰਿਆ, ਜਿਸ ਕਰਕੇ ਸਾਡੇ ਨਾਲ ਸਾਰੀ ਦੁਨੀਆ ਦੀ ਸੰਗਤ ਜੁੜੀ। ਇਸ ਤੋਂ ਇਲਾਵਾ ਅਸੀਂ ਕੁਝ ਖਾਸ ਸੱਜਣਾਂ ਨੂੰ ਰੈਕਗਨਾਈਜ਼ ਕਰਨਾ ਚਾਹਾਂਗੇ, ਜਿਨ੍ਹਾਂ ਕਰਕੇ ਇਹ ਪ੍ਰੋਜੈਕਟ ਸਿਰੇ ਚੜ੍ਹਿਆ। ਸਭ ਤੋਂ ਪਹਿਲਾਂ ਅਸੀਂ ਧੰਨਵਾਦੀ ਹਾਂ ਉਸਤਾਦ ਸੁਰਜੀਤ ਸਿੰਘ ਜੀ ਦੇ,
ਜਿਨ੍ਹਾਂ ਨੇ ਨਿਗਰਾਨੀ ਹੇਠ ਇਹ ਪ੍ਰੋਜੈਕਟ ਨੂੰ ਕੰਪਲੀਟ ਕਰਾਇਆ। ਉਸ ਤੋਂ ਬਾਅਦ ਅਸੀਂ ਧੰਨਵਾਦ ਕਰਨਾ ਚਾਹਾਂਗੇ ਪ੍ਰੋਫੈਸਰ ਹਰਭਜਨ ਸਿੰਘ ਜੀ ਦਾ, ਜਿਨ੍ਹਾਂ ਨੇ ਸ਼ਬਦਾਂ ਦੀਆਂ ਬੰਦਸ਼ਾਂ ਬਣਾਈਆਂ, ਤਾਲਾਂ ਦੀ ਚੋਣ ਕੀਤੀ ਅਤੇ ਨਾਲ ਹੀ ਕਈ ਕੀਰਤੀਆਂ ਨਾਲ ਪਖਾਵਜ ਦੀ ਸੰਗਤ ਵੀ ਕੀਤੀ। ਉਸ ਤੋਂ ਬਾਅਦ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਰਦਾਰ ਰੁਪਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਸਾਡੇ ਵਾਸਤੇ ਪਖਾਵਜ ਦਾ ਸਕੈਚ ਬਣਾਇਆ, ਜੋ ਕਿ ਅੱਜ ਐਲਬਮ ਦਾ ਕਵਰ ਵੀ ਹੈ। ਉਸ ਤੋਂ ਬਾਅਦ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਰਦਾਰ ਰਾਜਵੀਰ ਸਿੰਘ ਜੀ ਦਾ, ਜਿਨ੍ਹਾਂ ਨੇ ਆਪਣੇ ਸਿਆਟਲ ਸਟੂਡੀਓ 'ਚ ਸ਼ਬਦ ਰਿਕਾਰਡਿੰਗ ਦਾ ਸਹਿਯੋਗ ਦਿੱਤਾ। ਉਸ ਤੋਂ ਬਾਅਦ ਅਸੀਂ ਧੰਨਵਾਦ ਕਰਨਾ ਚਾਹਾਂਗੇ ਸਰਦਾਰ ਗੁਰਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਰੇ ਸ਼ਬਦਾਂ ਨੂੰ ਡਿਜੀਟਾਈਜ਼ ਕਰਨ ਦੀ ਸੇਵਾ ਨਿਭਾਈ। ਅੰਤ ਵਿੱਚ ਇਸ ਪ੍ਰੋਜੈਕਟ ਦੇ ਨਾਲ ਜੁੜੇ ਸਾਰੇ ਵਾਲੰਟੀਅਰਸ ਅਤੇ ਕੀਰਤਨੀਆਂ ਦਾ ਤਹਿ ਦਿਲੋਂ ਧੰਨਵਾਦ। ਹੁਣ ਉਹ ਪਲ ਆ ਗਿਆ ਹੈ ਜਿਸ ਦਾ ਆਪ ਜੀ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ। ਸਾਨੂੰ ਇਹ ਦੱਸਦੇ ਹੋਏ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਇਹ ਐਲਬਮ ਸਾਡੀ ਵੈਬਸਾਈਟ naadmusic.org ਤੇ ਅਵੇਲੇਬਲ ਹੈ ਅਤੇ ਆਪ ਜਾ ਕੇ ਸਰਵਣ ਕਰ ਸਕਦੇ ਹੋ। ਅਤੇ ਅਗਲੇ ਕੁਝ ਘੰਟਿਆਂ 'ਚ ਇਹ ਐਲਬਮ ਗੁਰਬਾਣੀ ਮੀਡੀਆ ਸੈਂਟਰ ਫਰਮ ਸਿੱਖਨੈਟ, ਖੋਜ ਗੁਰਬਾਣੀ ਮੀਡੀਆ ਐਂਡ ਸਾਊਂਡ ਕਲਾਊਡ ਤੇ ਵੀ ਅਵੇਲੇਬਲ ਹੋ ਜਾਏਗੀ। ਇਸ ਤੋਂ ਇਲਾਵਾ ਵੀ ਅਗਲੇ ਕੁਝ ਦਿਨਾਂ ਵਿੱਚ ਤੁਸੀਂ ਇਹ ਐਲਬਮ ਨੂੰ ਆਨਲਾਈਨ ਐਪਸ ਜਿਵੇਂ Amazon Music, YouTube Music, ਗਾਨਾ, ਪੈਂਡੋਰਾ ਤੇ Spotify ਵਰਗੇ ਹੋਰ ਕਈ ਆਨਲਾਈਨ ਐਪਸ ਪਲੇਟਫਾਰਮ ਤੇ ਤੁਸੀਂ ਸੁਣ ਸਕੋਗੇ। ਇਹ ਐਲਬਮ ਸੰਗਤ ਦੀ ਸਹਿਯੋਗ ਦੇ ਸਦਕਾ ਹੀ ਸਾਰੇ ਪਲੇਟਫਾਰਮ ਤੇ ਫ੍ਰੀਲੀ ਕਾਸਟ ਅਵੇਲੇਬਲ ਕਰਾਈ ਗਈ ਹੈ। ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣਾ ਸਹਿਯੋਗ ਦੇ ਕੇ ਸਾਡੀ ਹੌਸਲਾ ਅਫਜ਼ਾਈ ਕਰਦੇ ਰਹੋਗੇ। ਆਪਣਾ ਸਹਿਯੋਗ ਦੇਣ ਲਈ ਤੁਸੀਂ naadmusic.org ਜਾਂ dvnetwork.org ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਜਿਨ੍ਹਾਂ ਦੀ ਡਿਟੇਲਸ ਤੁਹਾਡੀ ਸਕਰੀਨ ਤੇ ਅਵੇਲੇਬਲ ਹੈ। ਖਾਸ ਕਰਕੇ ਇੱਕ ਖਾਸ ਜਾਣਕਾਰੀ ਜੋ ਜਿਹੜੀ ਸੰਗਤ US ਵਿੱਚ ਹੈ, ਉਹਨਾਂ ਦੀ ਸਾਰੀਆਂ ਡੋਨੇਸ਼ਨਸ 100% ਟੈਕਸ ਡਿਡਕਟੇਬਲ ਹੋਏਗੀ ਅਤੇ ਜੇ ਤੁਸੀਂ EMPLOYER ਮੈਚਿੰਗ ਪ੍ਰੋਗਰਾਮ ਹੇਠਾਂ ਡੋਨੇਟ ਕਰਦੇ ਹੋ ਤੇ ਤੁਹਾਡੀ ਡੋਨੇਸ਼ਨਸ ਡਬਲ ਹੋ ਜਾਏਗੀ। ਤੇ ਇਸ ਕਰਕੇ ਆਪ ਦਾ ਸਾਰਿਆਂ ਦਾ ਧੰਨਵਾਦ ਉਸ ਵਾਸਤੇ। ਜੇ ਤੁਹਾਡੇ ਕੋਈ ਵੀ ਸਵਾਲ ਨੇ, ਕੋਈ ਫੀਡਬੈਕ ਹੈ ਜਾਂ ਤੁਸੀਂ ਵੋਲੰਟੀਅਰ ਅਪੋਰਚੁਨਿਟੀਜ਼ ਵਾਸਤੇ ਸਾਨੂੰ ਕੰਟੈਕਟ ਕਰਨਾ ਚਾਹੁੰਦੇ ਹੋ ਤੇ ਸਾਡਾ ਈਮੇਲ ਐਡਰੈਸ ਹੈ info@naadmusic.org। ਇਸ ਪ੍ਰੋਜੈਕਟ ਉੱਤੇ ਕੰਮ ਕਰਦਿਆਂ ਆਪ ਜੀ ਦੇ ਰੂਬਰੂ ਹੁੰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਅਸੀਂ ਗੁਰੂ ਅੱਗੇ ਬੇਨਤੀ ਕਰਦੇ ਹਾਂ ਕਿ ਆਪ ਇਸੇ ਤਰ੍ਹਾਂ ਸੇਵਾ ਕਰਨ ਦਾ ਉਦਮ ਤੇ ਬਲ ਬਖਸ਼ੋਗੇ। ਹੋਈਆਂ ਭੁੱਲਾਂ ਦੀ ਖਿਮਾ ਤੇ ਗੁਰੂ ਸਾਹਿਬ ਆਪ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਬਖਸ਼ੇ। ਆਪ ਜੀ ਦਾ ਅੱਜ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਅਸੀਂ ਇਸ ਵੈਬਿਨਾਰ ਨੂੰ ਹੁਣ ਕਲੋਜ਼ ਕਰਨ ਜਾ ਰਹੇ ਹਾਂ। ਆਪ ਜੀ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।